ਪਰ ਮੌਜੂਦਾ ਸਮੇਂ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਤਰ੍ਹਾਂ ਦੇ ਨਾਲ ਇੰਨੀ ਵੱਡੀ ਤਾਦਾਦ ਦੇ ਵਿੱਚ ਆਪਣੇ ਦੇਸ਼ ਨੂੰ ਛੱਡਣ ਦਾ, ਆਪਣੀ ਸਰਜ਼ਮੀਨ ਨੂੰ ਛੱਡਣ ਦਾ ਕਾਰਨ ਕੀ ਮੰਨਦੇ ਹੋ? ਸਿੱਖਿਆ ਨੀਤੀ ਤੋਂ ਬਾਅਦ ਜਿਹੜੇ ਰੁਜ਼ਗਾਰ ਦੇਣ ਦੀ ਨੀਤੀ ਹੈਗੀ ਆ, ਉਹ ਬੜੀ ਅਣਢੁਕਵੀਂ ਤੇ ਗੈਰ ਵਾਜਬ ਹੈਗੀ ਆ। ਵਿਦਿਆਰਥੀ ਹੈਗੇ ਆ ਜਿਹੜੇ ਬਹੁਤ ਵਧੀਆ ਅਹੁਦਿਆਂ ਤੇ ਚੰਗੇ ਕੈਟਾਗਰੀ ਵਿੱਚ ਪ੍ਰੋਫੈਸ਼ਨ 'ਚ ਗਏ ਹੈਗੇ ਆ, ਕਾਮਯਾਬ ਹੋਏ ਆ ਬੱਚੇ। ਇਹ ਕਰੋੜਾਂ ਰੁਪਈਆ ਪੰਜਾਬ ਦਾ, ਅਰਬਾਂ ਰੁਪਈਆ ਪੰਜਾਬ ਦਾ ਅੱਜ ਜਿਹੜਾ ਟ੍ਰਾਂਸਫਰ ਕੈਨੇਡਾ ਦੀਆਂ ਬੈਂਕਾਂ 'ਚ ਹੋ ਰਿਹਾ ਵਾ, ਇਹਦੇ ਲਈ ਕਿਹੜੀ ਸਰਕਾਰ ਜ਼ਿੰਮੇਵਾਰ ਹੋ ਸਕਦੀ ਆ? ਸਟੇਟ ਸਰਕਾਰ ਜ਼ਿੰਮੇਵਾਰ ਆ ਜਾਂ ਸੈਂਟਰ ਸਰਕਾਰ ਜ਼ਿੰਮੇਵਾਰ ਆ? ਪੰਜਾਬ ਦੀ ਆਰਥਿਕ ਹਾਲਾਤ ਇਦਾਂ ਦੇ ਹੈਗੇ ਆ ਕਿ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਵਾਅਦੇ ਤੇ ਕਰ ਦਿੰਦੀ ਆ ਜਿੱਤਣ ਵਾਸਤੇ ਕਿ ਤਾਂ ਸਾਨੂੰ ਵੋਟਾਂ ਮਿਲ ਜਾਣ। ਉਹ ਅਸਲੀਅਤ ਦੇਖਦੇ ਹੀ ਨਹੀਂ ਹੈਗੇ ਵੀ ਅਸੀਂ ਖੜੇ ਕਿੱਥੇ ਹੈਗੇ ਆ। ਹੱਦ ਵਰਗੀ ਪਰਿਵਾਰਾਂ ਦੇ ਬੱਚੇ ਜਿਹੜੇ ਹੈਗੇ ਆ ਕੈਨੇਡਾ ਆ ਰਹੇ ਹੈਗੇ ਆ। ਫਾਰਮਰ ਹੈਗਾ, ਉਹ ਵੀ ਚਾਹੁੰਦਾ ਕਿ ਮੇਰੀ ਖੇਤੀ 'ਚ ਕੋਈ ਮੈਨੂੰ ਫਾਇਦਾ ਨਹੀਂ ਹੈਗਾ, ਮੇਰਾ ਬੱਚਾ ਇੱਥੇ ਨਾ ਰਵੇ, ਕਿਸੇ ਤਰ੍ਹਾਂ ਇਹਦਾ ਭਵਿੱਖ ਬਣ ਜੇ ਉੱਥੇ ਜਾ ਕੇ। ਛੋਟਾ ਦੁਕਾਨਦਾਰ ਜਿਹੜਾ ਹੈਗਾ ਉਹਨੂੰ ਵੀ ਲੱਗਦਾ ਮੈਨੂੰ ਦੁਕਾਨਦਾਰੀ 'ਚੋਂ ਕਿੰਨਾ ਕੁ ਫਾਇਦਾ ਹੋਇਆ ਸਾਰੀ ਉਮਰ, ਜੇ ਮੇਰਾ ਰੈਵਨਿਊ ਨਹੀਂ ਵਧਿਆ ਤੇ ਬੱਚਾ ਕਿੱਦਾਂ ਸਸਟੈਂਸ ਹੋਊਗਾ। ਜਿਹੜੇ ਵਿਦਿਆਰਥੀ ਸਟੱਡੀ ਬੇਸ ਤੇ ਕੈਨੇਡਾ ਆਉਂਦੇ ਨੇ ਤਾਂ ਉਹਨਾਂ ਵਿਦਿਆਰਥੀਆਂ ਦੇ ਸਾਹਮਣੇ ਚੁਣੌਤੀਆਂ ਕਿਸ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ? ਸਟੂਡੈਂਟਸ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈਗੀ ਆ ਇੱਥੋਂ ਬੁਲਾਉਣ ਦੀ, ਉਹ ਵਪਾਰ ਤੇ ਆਧਾਰਿਤ ਹੈ, ਬਿਜ਼ਨਸ ਤੇ ਆਧਾਰਿਤ ਹੈ, ਨਾ ਕਿ ਉਹਨਾਂ ਨੂੰ ਐਜੂਕੇਸ਼ਨ ਬੈਟਰ ਦੇਣ ਦੇ ਆਧਾਰਿਤ ਹੈਗੀ ਆ। 70 ਘੰਟੇ ਵਿਦਿਆਰਥੀ ਕਈ ਕੰਮ ਕਰਦੇ ਆ, ਆਨਲਾਈਨ ਪੜ੍ਹ ਲੈਂਦੇ ਆ ਜਾਂ ਕਿਸ ਤਰ੍ਹਾਂ ਕਾਲਜ ਜਾਂਦੇ ਹੀ ਨਹੀਂ ਹੈਗੇ, ਤੇ ਇੰਨੇ ਘੰਟੇ ਕੰਮ ਕਰਨ ਤੋਂ ਬਾਅਦ 20 ਘੰਟੇ ਤੇ ਉਹਨਾਂ ਨੂੰ ਪੈਸੇ ਪੇਮੈਂਟ ਮਿਲਦੀ ਹੁੰਦੀ। ਅੰਗਰੇਜ਼ੀ ਰਾਜ ਤੋਂ ਲੈ ਕੇ ਜਿਹੜਾ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲਗਾਤਾਰ ਵਿਦੇਸ਼ਾਂ ਦੇ ਵੱਲੇ ਰੁਝਾਨ ਬਣਦਾ ਹੈ ਔਰ ਪੰਜਾਬ ਦੇ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵੱਲੋਂ ਪ੍ਰਵਾਸ ਦਾ ਰੁਝਾਨ ਲੰਮੇ ਸਮੇਂ ਤੋਂ ਸ਼ੁਰੂ ਹੁੰਦਾ ਹੈ, ਤਾਂ ਜਿਹੜਾ ਤਕਰੀਬਨ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਕਿ ਆਪਣੀ ਸਰਜ਼ਮੀਨ ਨੂੰ ਛੱਡ ਕੇ ਜਿਹੜਾ ਭਾਰਤ ਦਾ ਯੂਥ ਹੈ, ਚਾਹੇ ਨੌਜਵਾਨ ਵਰਗ ਦੀ ਗੱਲ ਕੀਤੀ ਜਾਵੇ, ਚਾਹੇ ਪੰਜਾਬ ਦੀਆਂ ਮੁਟਿਆਰਾਂ ਦੀ ਗੱਲ ਕੀਤੀ ਜਾਵੇ, ਲਗਾਤਾਰ ਵਿਦੇਸ਼ ਵੱਲੇ ਜਾਣ ਦਾ ਰੁਝਾਨ ਬਣਿਆ ਹੋਇਆ। ਤਾਂ ਅਜਿਹੇ ਦੇ ਵਿੱਚ ਤਮਾਮ ਸਵਾਲੀਆ ਚਿੰਨ੍ਹ ਲੱਗ ਜਾਂਦੇ ਨੇ ਕਿ ਅਸਲ ਦੇ ਵਿੱਚ ਆਪਣੀ ਸਰਜ਼ਮੀਨ ਨੂੰ ਛੱਡਣ ਦਾ ਉਹਨਾਂ ਵਿਦਿਆਰਥੀਆਂ ਦਾ ਕਾਰਨ ਕੀ ਹੈ? ਮਜਬੂਰੀ ਵਸ ਹੋ ਕੇ ਜਾਣਾ ਪੈਂਦਾ ਏ ਤੇ ਜਾਂ ਕਿਤੇ ਨਾ ਕਿਤੇ ਸ਼ੌਂਕ ਦਾ ਕਰਕੇ ਜਾਂਦੇ ਆ, ਚਾਹੇ ਉਹ ਸਿਸਟਮ ਤੋਂ ਖਫਾ ਹੋ ਕੇ ਜਿਹੜਾ ਪੰਜਾਬ ਦਾ ਚਾਹੇ ਭਾਰਤ ਦਾ ਯੂਥ ਜਾ ਰਿਹਾ ਹੈ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਤਮਾਮ ਸਵਾਲ ਨੇ, ਉਹਨਾਂ ਤਮਾਮ ਪੱਖਾਂ ਨੂੰ ਵੀ ਵਿਚਾਰਨ ਦਾ ਯਤਨ ਕਰਾਂਗੇ। ਸਾਡੇ ਨਾਲ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਰਦਾਰ ਗੁਰਮੁਖ ਸਿੰਘ ਬਾਰੀਆ ਕੈਨੇਡਾ ਤੋਂ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਬਾਰੀਆ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਰੀਆ ਸਾਹਿਬ, ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਲੰਮੇਰੇ ਸਮੇਂ ਤੋਂ ਜਿਹੜਾ ਸੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਪ੍ਰਵਾਸ ਦਾ ਰੁਝਾਨ ਸ਼ੁਰੂ ਹੁੰਦਾ ਹੈ ਕਿ ਆਪਣੀ ਸਰਜ਼ਮੀਨ ਨੂੰ ਛੱਡ ਕੇ ਜਿਹੜਾ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਨੇ ਉਹ ਵਿਦੇਸ਼ ਦੇ ਵੱਲੇ ਰੁਝਾਨ ਸ਼ੁਰੂ ਕਰਦੇ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਤਰ੍ਹਾਂ ਦੇ ਨਾਲ ਇੰਨੀ ਵੱਡੀ ਤਾਦਾਦ ਦੇ ਵਿੱਚ ਆਪਣੇ ਦੇਸ਼ ਨੂੰ ਛੱਡਣ ਦਾ, ਆਪਣੀ ਸਰਜ਼ਮੀਨ ਨੂੰ ਛੱਡਣ ਦਾ ਕਾਰਨ ਕੀ ਮੰਨਦੇ ਹੋ? ਜੀ, ਸਮਰਾਜ ਸਾਹਿਬ, ਇਹ ਜਿਹੜਾ ਤੁਸੀਂ ਵਿਸ਼ਾ ਲੈ ਕੇ ਆਏ ਹੋ ਅੱਜ, ਜਿਹੜਾ ਪ੍ਰਵਾਸ ਦਾ ਤੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਬੜਾ ਅਹਿਮ ਵਿਸ਼ਾ ਹੈਗਾ ਆ। ਤੁਸੀਂ ਮੈਨੂੰ ਸਵਾਲ ਇਹ ਕੀਤਾ ਹੈਗਾ ਕਿ ਸਾਡੀ ਸਰਜ਼ਮੀਨ ਪੰਜਾਬ, ਜਿਹੜਾ ਕਿੰਗਡਮ ਆਫ ਖਾਲਸਾ ਰਾਜ ਸੀਗਾ ਕਿਸੇ ਸਮੇਂ, 1947 ਦੇ ਵਿੱਚ ਪੰਜਾਬ ਦੀ ਵੰਡ ਹੋ ਕੇ ਇੱਕ ਛੋਟੇ ਸੂਬੇ ਵਜੋਂ ਆਪਾਂ ਕਹਿ ਲਈਏ ਕਿ ਭਾਰਤ ਦਾ ਦੇ ਵਿੱਚ ਮਰਜ ਹੋਇਆ। ਇੱਥੋਂ ਵੱਡੀ ਪੱਧਰ ਤੇ ਪ੍ਰਵਾਸ ਹੋਣ ਦੇ ਕਾਰਨ ਜਿਹੜੇ ਤੁਸੀਂ ਪੁੱਛੇ ਆ, ਉਹ ਮੁੱਖ ਤੌਰ ਤੇ ਮੈਂ ਇਹ ਕਹੂੰਗਾ ਕਿ 3 ਕਾਰਨ ਹੈਗੇ ਆ। ਇੱਕ ਕਾਰਨ ਹੈਗਾ ਜਿਹੜੀ ਤੁਹਾਡੇ ਸਥਾਨਕ ਧਰਤੀ ਹੈਗੀ ਆ ਪੰਜਾਬ ਦੀ, ਇੱਥੋਂ ਦਾ ਮਹਿਲ ਪ੍ਰਬੰਧ, ਸਾਰੇ ਇੰਡੀਆ ਦਾ ਉਹਦੇ ਵਿੱਚ ਪੰਜਾਬ ਵੀ ਆ ਜਾਂਦਾ ਆ। ਹਾਂਜੀ, ਮਹਿਲ ਪ੍ਰਬੰਧ ਤੋਂ ਭਾਵ ਆ ਦੁਰ ਪ੍ਰਬੰਧ, ਜਿਹੜੀ ਸਿੱਖਿਆ ਨੀਤੀ ਹੈਗੀ ਆ ਪੰਜਾਬ ਦੀ, ਸਟੇਟ ਦੀ, ਤੇ ਸਿੱਖਿਆ ਨੀਤੀ ਤੋਂ ਬਾਅਦ ਜਿਹੜੇ ਰੁਜ਼ਗਾਰ ਦੇਣ ਦੀ ਨੀਤੀ ਹੈਗੀ ਆ, ਉਹ ਬੜੀ ਅਣਢੁਕਵੀਂ ਤੇ ਗੈਰ ਵਾਜਬ ਹੈਗੀ ਆ। ਮੇਰੇ ਕਹਿਣ ਦੇ ਮੁਤਾਬਕ ਇਹ ਹੈਗੀ ਆ ਕਿ ਪ੍ਰੋਫੈਸ਼ਨਲ ਨਹੀਂ ਹੈਗੀ। ਇਸੇ ਕਾਰਨ ਇਹੋ ਹੀ ਕਾਰਨ ਹੈਗੇ ਕਿ ਚੰਗੀਆਂ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀ ਜਿਹੜੇ ਹੈਗੇ ਆ, ਉਹਨਾਂ ਨੂੰ ਜੌਬ ਦਾ ਕੋਈ ਵੀ ਅੱਗੇ ਚਾਂਸ ਨਹੀਂ ਲੱਭਦਾ। ਦੂਜੇ ਪਾਸੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਜੇ ਇੱਥੇ ਰਹਿਣਗੇ ਤੇ ਉਹਨਾਂ ਨੇ ਜਿਹੜੀਆਂ ਡਿਗਰੀਆਂ ਕੀਤੀਆਂ ਹੈਗੀਆਂ ਨੇ, ਕਿਉਂਕਿ ਸਾਲਾਂ ਸਾਲ ਜਿਹੜੀਆਂ ਡਿਗਰੀਆਂ ਵਿਦਿਆਰਥੀ ਕਰ ਰਹੇ ਲਗਾਤਾਰ, ਉਹਨਾਂ ਦੀ ਕਤਾਰ ਏਡੀ ਲੰਬੀ ਹੈਗੀ ਹੈ ਕਿ ਜਦੋਂ ਵੀ ਕੋਈ ਵੈਕੰਸੀਆਂ ਨਿਕਲਦੀਆਂ ਹੈਗੀਆਂ ਨੇ, ਉਹਨਾਂ ਦੇ ਅੱਗੇ ਜਿਹੜੇ ਕੈਂਡੀਡੇਟ ਦੇ ਅਗੇਂਸਟ ਪੋਸਟਾਂ ਇੰਨੀਆਂ ਥੋੜ੍ਹੀਆਂ ਹੁੰਦੀਆਂ ਕਿ ਇੱਕ ਪੋਸਟ ਦੇ ਪਿੱਛੇ 1000 ਬੰਦਾ ਜਾਂ 2000 ਬੰਦਾ ਜਾਂ 4000 ਬੰਦਾ, ਪੋਸਟ ਇੱਕ ਹੈ
ਤੇ ਉਹਦੇ ਪਿੱਛੇ 4000 ਬੰਦਾ ਖੜਾ, ਜੇ ਇੱਕ ਨੂੰ ਮਿਲ ਜੂ ਤੇ ਬਾਕੀ ਜਿਹੜੇ 3900 ਜਿਹੜੇ ਆਪਣਾ ਲੈ ਲਓ 3900 ਬੰਦਾ ਹੈਗਾ ਆ 999, ਉਹਦਾ ਕੀ ਕਰਨਾ ਹੈਗਾ। ਹਾਂਜੀ, ਸੋ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹ ਰਿਹਾ ਸੀਗਾ, ਮੁੱਖ ਤੌਰ ਤੇ ਅਸੀਂ ਕਹਿ ਲਈਏ ਬੇਰੁਜ਼ਗਾਰੀ ਹੈਗੀ ਆ, ਇਹ ਹਾਲਾਤ ਪੈਦਾ ਕੀਤੇ ਗਏ ਆ। ਇਹ ਵੀ ਮੈਂ ਤੁਹਾਨੂੰ ਦੱਸਿਆ ਇੱਕ ਵੱਖਰਾ ਵਿਸ਼ਾ ਹੈਗਾ ਕਿ ਇਹ ਹਾਲਾਤ ਕਿਉਂ ਪੈਦਾ ਕੀਤੇ ਗਏ ਆ, ਪਰ ਇਹ ਇੱਕ ਵਿਸ਼ਾ, ਇੱਕ ਕਾਰਨ ਹੈਗਾ। ਦੂਜਾ ਕਾਰਨ, ਕੈਨੇਡਾ ਇੱਕ ਏਦਾਂ ਦਾ ਮੁਲਕ ਹੈਗਾ ਜਿਹੜੇ ਪ੍ਰਵਾਸ ਇੱਥੇ ਹੋ ਰਿਹਾ ਆ। ਕੈਨੇਡਾ ਆਪਣੇ ਤੌਰ ਤੇ ਵਰਲਡ ਭਰ ਦੇ ਵਿੱਚ ਆਪਣੇ ਜਿਹੜਾ ਜਾਣਿਆ ਜਾਂਦਾ ਹੈਗਾ, ਸ਼ਾਂਤੀਪੂਰਕ ਦੇਸ਼ ਹੈਗਾ ਆ, ਬੜਾ ਇੱਕ ਲਿਬਰਲ ਦੇਸ਼ ਹੈਗਾ ਆ। ਜੇ ਮੈਂ ਕਹਾਂ ਕਿ ਮਨੁੱਖੀ ਕਦਰਾਂ ਕੀਮਤਾਂ ਨੂੰ ਪਹਿਲ ਦੇਣ ਵਾਲਾ ਦੇਸ਼ ਹੈਗਾ ਆ। ਇੱਥੋਂ ਦੀ ਜਿਹੜੀ ਚਕਾਚੌਂਧ ਜਿਹੜੀ ਜਦੋਂ ਜਾਂਦੀ ਹੈਗੀ ਆ, ਇੱਥੋਂ ਸਾਰੇ ਅਸਲੀਅਤ ਭਾਵੇਂ ਕੁਝ ਵੀ ਹੋਵੇ ਜਿਹੜੀ ਆਪਾਂ ਬਿਆਨ ਕਰ ਸਕਦੇ ਤੁਹਾਨੂੰ ਅੱਗੇ ਜਾ ਕੇ, ਲੇਕਿਨ ਜਿਹੜੀ ਚਕਾਚੌਂਧ ਹੈਗੀ ਆ ਇੱਥੋਂ ਦੀ ਬਾਹਰਲੇ ਮੁਲਕਾਂ ਦੀ, ਜਦੋਂ ਉੱਥੇ ਲੋਕ ਦੇਖਦੇ ਹੈਗੇ ਆ ਤੇ ਹਰ ਇੱਕ ਨੂੰ ਇਹ ਲੱਗਦਾ ਹੈਗਾ ਕਿ ਉੱਥੇ ਬੜਾ ਆਸਾਨ ਹੈਗਾ, ਬਹੁਤ ਵਧੀਆ ਹੈਗਾ ਆ, ਅਸੀਂ ਉੱਥੇ ਜਾਵਾਂਗੇ ਆਪਣਾ ਚੰਗਾ ਫਿਊਚਰ ਬਣਾਉਣ ਦੇ ਲਈ। ਜਿਹੜੇ ਜਿੰਨਾ ਪ੍ਰਵਾਸ ਪੰਜਾਬ ਤੋਂ ਭਾਰਤ ਤੋਂ ਹੋ ਰਿਹਾ ਹੈਗਾ ਆ, ਇੱਕੋ ਇੱਕ ਕਾਰਨ ਹੈਗਾ ਕਿ ਇੱਥੇ ਪੜ੍ਹਨ ਆਉਣਾ ਨਹੀਂ ਹੈਗਾ ਕਿਸੇ ਵਿਦਿਆਰਥੀਆਂ ਦਾ ਵੀ, ਜਾਂ ਜਿਹੜੇ ਵੀ PR ਵੀ ਆਉਂਦੇ ਹੈਗੇ ਆ, ਜਾਂ ਜਿਹੜੇ ਵੀ ਆਉਂਦੇ ਹੈਗੇ ਆ ਇੱਥੇ, ਜਿਹੜਾ ਘੁੰਮਣ ਆਉਂਦਾ ਮਕਸਦ ਦਾ ਘੁੰਮਣ ਨਹੀਂ ਹੈਗਾ, ਘੁੰਮਣ ਆਉਣਾ ਨਹੀਂ ਹੈਗਾ। ਜਿਹੜਾ ਵਿਦਿਆਰਥੀ ਆਉਂਦਾ ਉਹਦਾ ਮਕਸਦ ਪੜ੍ਹਨਾ ਨਹੀਂ ਹੈਗਾ, ਇਕੱਲਾ ਕਿ ਪੜ੍ਹ ਕੇ ਵਾਪਸ ਚਲੇ ਜਾਣਾ। ਉਹਨਾਂ ਦਾ ਮਕਸਦ ਇਸ ਧਰਤੀ ਤੇ ਰਹਿਣਾ ਹੈਗਾ ਆ, ਰਹਿ ਕੇ ਇੱਕ ਖੁਸ਼ਹਾਲ ਚੰਗਾ ਜੀਵਨ ਜਿਉਣਾ ਹੈਗਾ, ਆਪਣੇ ਸੁਪਨੇ ਪੂਰੇ ਕਰਨੇ ਹੈਗੇ। ਜਿੱਥੇ ਹੁਣ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਇਹ ਪੋਸੀਬਲ ਨਹੀਂ ਹੈਗਾ ਦੁਰਪ੍ਰਬੰਧਾਂ ਦੇ ਕਰਕੇ, ਜਿਹੜਾ ਦੁਰਪ੍ਰਬੰਧ 1947 ਤੋਂ ਲੈ ਕੇ ਤੁਰਿਆ ਆ ਰਿਹਾ ਹੈਗਾ, ਰੁਜ਼ਗਾਰ ਨੀਤੀਆਂ, ਇਹੀ ਇੱਕ ਕਾਰਨ ਹੈਗਾ ਮੇਨ, ਜਿਹੜਾ ਤੁਹਾਨੂੰ ਮੈਂ ਦੱਸਿਆ ਹੈਗਾ ਜੀ। ਜੀ ਇਹਦਾ ਜਿਹੜਾ ਮੁੱਖ ਕਾਰਨ ਹੈਗਾ, ਸਰਕਾਰ ਨੂੰ ਕਟਹਿਰੇ ਵਿੱਚ ਖੜੇ ਕਰਦੇ ਹੋ ਕਿ ਸਰਕਾਰ ਦੋਸ਼ੀ ਹੈ ਕਿ ਜਿਹੜੇ ਵਿਦਿਆਰਥੀ ਆਪਣੀ ਸਰਜ਼ਮੀਨ ਨੂੰ ਛੱਡ ਕੇ ਵਤਨਾਂ ਨੂੰ ਆਉਂਦੇ, 7 ਸਮੁੰਦਰੋਂ ਪਾਰ ਕੈਨੇਡਾ ਅਮਰੀਕਾ ਵਰਗੀ ਧਰਤੀ ਤੇ ਪੜ੍ਹਾਈ ਬੇਸ ਤੇ ਆਉਂਦੇ ਨੇ, ਤਾਂ ਇਹਦਾ ਮੁੱਖ ਦੋਸ਼ੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦੇ ਹੋ? ਮੁੱਖ ਦੋਸ਼ੀ ਸਰਕਾਰ ਹੀ ਹੈ ਜੀ। ਜਿਹੜਾ ਸਾਡਾ ਜਿਹੜਾ ਇੱਥੋਂ ਕਿੰਨਾ ਪੈਸਾ ਟਰਾਂਸਫਰ ਹੋ ਗਿਆ ਪੰਜਾਬ ਦਾ, ਮੇਰੇ ਕੋਲ ਕੁਝ ਡਾਟੇ ਹੈਗੇ, ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੂੰਗਾ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਬਾਹਰ ਆਉਂਦੇ ਸੀ, ਫੋਰਨ ਕੰਟਰੀਆਂ ਸਮੇਤ ਕੈਨੇਡਾ ਦੂਜੇ ਕੰਟਰੀਆਂ ਦੇ ਵਿੱਚ ਜਦੋਂ ਜਾਂਦੇ ਸੀ, ਉਹ ਆਪਣਾ ਪੈਸਾ ਕਮਾ ਕੇ ਤੇ ਵਾਪਸ ਆਪਣੀ ਹੋਮ ਕੰਟਰੀ 'ਚ ਭੇਜਦੇ ਸੀ, ਉੱਥੇ ਡਿਵੈਲਪਮੈਂਟ ਹੁੰਦੀ ਸੀ, ਕਿੰਨਾ ਪੈਸਾ ਕਮਾ ਕੇ ਉਹ ਲਿਜਾਉਂਦੇ ਸੀ। ਹੁਣ ਵੀ ਭੇਜਦੇ ਆ, ਲੇਕਿਨ ਹੁਣ ਇੱਕ ਉਲਟਾ ਜਿਹੜਾ ਟ੍ਰੈਂਡ ਜਿਹੜਾ ਚੱਲਿਆ ਹੈਗਾ ਕਿ ਕਰੋੜਾਂ ਰੁਪਈਆ ਪੰਜਾਬ ਦਾ, ਅਰਬਾਂ ਰੁਪਈਆ ਪੰਜਾਬ ਦਾ ਅੱਜ ਜਿਹੜਾ ਟਰਾਂਸਫਰ ਕੈਨੇਡਾ ਦੀਆਂ ਬੈਂਕਾਂ 'ਚ ਹੋ ਰਿਹਾ ਵਾ। ਉਸ ਦੇ ਵਿੱਚ ਜਿਹੜੇ ਵਿਦਿਆਰਥੀ ਇੱਥੇ ਪੜ੍ਹਨ ਆਉਣਾ ਚਾਹ ਰਹੇ, ਆਪਣਾ ਫਿਊਚਰ ਬਣਾਉਣ ਆਉਣਾ ਚਾਹ ਰਹੇ। ਤੁਹਾਡਾ ਸਵਾਲ ਸੀਗਾ ਕਿ ਇਹਦੇ ਲਈ ਸਰਕਾਰ ਜ਼ਿੰਮੇਵਾਰ ਆ, ਇਹਦੇ ਲਈ ਕਿਹੜੀ ਸਰਕਾਰ ਜ਼ਿੰਮੇਵਾਰ ਹੋ ਸਕਦੀ ਆ? ਸਟੇਟ ਸਰਕਾਰ ਜ਼ਿੰਮੇਵਾਰ ਆ ਜਾਂ ਸੈਂਟਰ ਸਰਕਾਰ ਜ਼ਿੰਮੇਵਾਰ ਆ? ਕਿਉਂਕਿ ਜਿਹੜੀਆਂ ਸਟੇਟ ਸਰਕਾਰਾਂ ਹੈਗੀਆਂ ਨੇ, ਜਿਹੜੇ ਸਟੇਟਾਂ ਦੇ ਜਿਹੜੇ ਰਾਈਟ ਹੈਗੇ, ਜਿਹੜਾ ਫੈਡਰਲ ਸਿਸਟਮ ਹੈਗਾ ਇੰਡੀਆ ਦਾ, ਉਹ ਇਦਾਂ ਦਾ ਹੈਗਾ ਕਿ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਮੈਨੂਫੈਕਚਰਿੰਗ ਜਿਹੜਾ ਫੈਲਿਆ ਹੋਇਆ ਵਾ, ਉਹਨੂੰ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਆਪਣੇ ਤੌਰ ਤੇ ਵੀ ਕਰਨਾ ਵੀ ਚਾਹੁਣ ਨਹੀਂ ਕਰ ਸਕਦੀਆਂ, ਕਿਉਂਕਿ ਇਹ ਜਿਹੜੀਆਂ ਸੈਂਟਰ ਸਟੇਟ ਰਿਲੇਸ਼ਨ ਦੇ ਕਰਕੇ ਜਿਹੜੀ ਇਹ ਮੁੱਦਾ ਹੈਗਾ ਕੋਰਲੇਟ ਕਰਦੇ ਆ। ਦਿੱਲੀ ਜਿਹੜੀ ਗਵਰਨਮੈਂਟ ਹੈਗੀ ਆ ਤੇ ਪੰਜਾਬ ਹੈਗੀ ਆ, ਸੋ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੇਣੀਆਂ ਚਾਹੇ, ਨਵੇਂ ਕਾਲਜ ਖੋਲਣੇ ਚਾਹੇ, ਉਹਨੂੰ ਪੈਸਾ ਚਾਹੀਦਾ ਹੈਗਾ। ਕਰਜ਼ੇ 'ਚ ਡੁੱਬਿਆ ਪੰਜਾਬ ਹੈਗਾ ਆ, ਜਿਹੜੀ ਟੀਚਰਾਂ ਨੂੰ ਦੇਣ ਵਾਸਤੇ ਤਨਖਾਹਾਂ ਕਈ ਵਾਰੀ ਰੁਕ ਜਾਂਦੀਆਂ ਹੈਗੀਆਂ ਨੇ, ਉਹਨਾਂ ਨੂੰ ਜਿਹੜੀਆਂ ਬਕਾਏ ਦੇਣ ਲਈ ਪੈਸੇ ਨਹੀਂ ਹੈਗੇ। ਤੁਸੀਂ ਉਹਨੂੰ ਪੁੱਛਿਆ ਸੀ ਕਿ ਬੱਚੇ ਜ਼ਿੰਮੇਵਾਰ ਆ? ਬਿਲਕੁਲ ਬੱਚੇ ਜ਼ਿੰਮੇਵਾਰ ਨਹੀਂ ਹੈਗੇ। ਜਿਹੜੇ ਆ ਰਹੇ ਹੈਗੇ ਆ ਉਹ ਪੰਜਾਬ ਦਾ ਬ੍ਰੇਨ ਹੈਗੇ ਆ, ਪੰਜਾਬ ਦਾ ਪੈਸਾ ਇੱਥੇ ਆ ਰਿਹਾ ਹੈਗਾ, ਪੰਜਾਬ ਦਾ ਬ੍ਰੇਨ ਵਾਸ਼ ਹੋ ਕੇ ਇੱਥੇ ਆ ਰਿਹਾ ਹੈਗਾ ਆ, ਤੇ ਪੰਜਾਬ ਦੀ ਆਰਥਿਕ ਹਾਲਾਤ ਇਦਾਂ ਦੇ ਹੈਗੇ ਆ ਕਿ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਵਾਅਦੇ ਤੇ ਕਰ ਦਿੰਦੀ ਆ ਜਿੱਤਣ ਵਾਸਤੇ, ਕਿਸੇ ਤਰ੍ਹਾਂ ਸਾਨੂੰ ਵੋਟਾਂ ਮਿਲ ਜਾਣ। ਉਹ ਅਸਲੀਅਤ ਦੇਖਦੇ ਨਹੀਂ ਹੈਗੇ ਵੀ ਅਸੀਂ ਖੜੇ ਕਿੱਥੇ ਹੈਗੇ ਆ। ਜਿਹੜੀਆਂ ਐਜੂਕੇਸ਼ਨ ਪਾਲਿਸੀਆਂ ਹੈਗੀਆਂ ਨੇ, ਉਹਨਾਂ ਨੂੰ ਡਰਾਫਟ ਇਸ ਤਰ੍ਹਾਂ ਕੀਤਾ ਜਾਣਾ ਕਿ ਤਾਂ ਜੋ ਵਿਦਿਆਰਥੀ ਬਾਹਰ ਨਿਕਲ ਕੇ ਆਪਣੀ ਜੌਬ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਸਕੇ, ਚਾਹੇ ਉਹ ਆਪਣਾ ਹੀ ਕੰਮ ਕਰ ਸਕੇ। ਬਹੁਤ ਸਾਰੇ ਕੋਰਸ ਪੰਜਾਬ ਦੇ ਵਿੱਚ ਉਹ ਹੈਗੇ ਆ ਜਿਹੜੇ ਲਗਾਤਾਰ ਕਰਵਾਈ ਜਾ ਰਹੇ ਆ, ਕਿਉਂਕਿ ਕਾਲਜ ਜਿਹੜੇ ਆ ਉਹ ਕਿਸੇ ਲੀਡਰਾਂ ਦੇ ਆ, ਵੱਡੇ ਸਰਮਾਏਦਾਰ ਲੋਕਾਂ ਦੇ ਆ ਕਾਲਜ। ਇਹ ਵੇਖਣ ਦੀ ਬਜਾਏ ਕਿ ਲੱਖਾਂ ਲੋਕ ਉਸ ਡਿਗਰੀ ਦੇ ਪਹਿਲਾਂ ਹੀ ਬੇਰੁਜ਼ਗਾਰ ਪਏ ਆ, ਉਹ ਹੋਰ ਉਹਨਾਂ ਨੂੰ ਡਿਗਰੀਆਂ ਉਹੀ ਕਰਵਾਈਆਂ ਜਾ ਰਹੀਆਂ, ਕਿਉਂ ਨਹੀਂ ਉਹ ਬੰਦ ਕਰ ਦਿੱਤੀਆਂ ਜਾਂਦੀਆਂ? ਮੇਰਾ ਇੱਕ ਸਵਾਲ ਆ
ਕਿ ਜੀ ਜਿਹੜੀ ਡਿਗਰੀ ਦੇ ਪਹਿਲਾਂ ਹੀ ਲੱਖਾਂ ਲੋਕ ਹੈਗੇ ਆ ਉਹਨਾਂ ਨੂੰ। ਸੋ ਤੁਸੀਂ ਇਹ ਐਜੂਕੇਸ਼ਨ ਪਾਲਿਸੀਆਂ ਦੀ ਘਾਟ ਹੈ ਕਿ ਉਹ ਕੋਰਸ ਕਰਾਈ ਜਾਣੇ ਜਿਹੜੇ ਪਹਿਲਾਂ ਹੀ ਬੇਰੁਜ਼ਗਾਰ ਆ ਲੱਖਾਂ, ਉਹ ਕੋਰਸ ਹੋਰ ਕਰਵਾਏ ਜਾ ਰਹੇ ਆ, ਲੋਕਾਂ ਕੋਲ ਫੀਸਾਂ ਲਈਆਂ ਜਾ ਰਹੀਆਂ, ਅੱਗੋਂ ਨੌਕਰੀਆਂ ਦੇਣ ਨੂੰ ਹੈ ਨਹੀਂ ਹੈਗੇ। ਜਿਹੜਾ ਸਰਕਾਰ ਦਾ ਐਜੂਕੇਸ਼ਨ ਸਿਸਟਮ, ਮੈਂ ਸੰਖੇਪ ਰੂਪ ਵਿੱਚ ਤੁਹਾਨੂੰ ਜਵਾਬ ਦਾ ਆਪਣਾ ਐਂਡ ਕਰਾਂ, ਐਜੂਕੇਸ਼ਨ ਸਿਸਟਮ ਅੱਗੇ ਰੁਜ਼ਗਾਰ ਦੇਣ ਦਾ ਪ੍ਰਬੰਧ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਦੋਵੇਂ ਮੇਲ ਨਹੀਂ ਖਾਂਦੇ। ਸੋ ਸਰਕਾਰਾਂ ਦੋਵੇਂ ਹੀ, ਜੇ ਮੈਂ ਕਹਾਂ ਸਟੇਟ ਸਰਕਾਰ ਤੇ ਸੈਂਟਰ ਸਰਕਾਰ, ਇਹ ਜ਼ਿੰਮੇਵਾਰ ਹੈਗੀਆਂ। ਤੇ ਪੰਜਾਬ ਦੇ ਮਾਮਲੇ 'ਚ ਇੱਕ ਗੱਲ ਹੋਰ ਜ਼ਰੂਰ ਹੈਗੀ ਆ, ਇਸ ਚੀਜ਼ ਨੂੰ ਪੈਦਾ ਕੀਤਾ ਗਿਆ ਪੰਜਾਬ 'ਚ ਜਾਣਬੁੱਝ ਕੇ। ਇਹਦਾ ਜਿਹੜਾ ਸਲੋ ਜੈਨੋਸਾਈਡ ਹੋ ਰਿਹਾ ਹੈਗਾ ਪੰਜਾਬ ਦਾ, ਜਿੰਨੀ ਵੱਡੀ ਪੱਧਰ ਤੇ ਇਮੀਗ੍ਰੇਸ਼ਨ ਹੋ ਰਹੀ ਹੈਗੀ ਆ, ਅਸੀਂ ਵੀ ਬਾਹਰ ਆਏ ਆ। ਮੈਂ ਨਹੀਂ ਇਹ ਗੱਲ ਕਹਿੰਦਾ ਕਿ ਹੁਣ ਅਸੀਂ ਬਾਹਰ ਆ ਕੇ ਕਹੀਏ ਕਿ ਹੁਣ ਲੋਕ ਕਿਉਂ ਆ ਰਹੇ ਆ, ਆਉਣੇ ਚਾਹੀਦੇ ਆ ਲੋਕ, ਲੇਕਿਨ ਮੇਰਾ ਇਹ ਮੰਨਣਾ ਹੈਗਾ ਕਿ ਜਿੰਨਾ ਹਾਲਾਤਾਂ 'ਚ ਆ ਰਹੇ ਆ ਉਹ ਹਾਲਾਤ ਨਹੀਂ ਠੀਕ ਹੈਗੇ। ਇੱਥੇ ਆ ਕੇ ਜਿਹੜੇ ਬੱਚੇ ਜਿਹੜਾ ਫੇਸ ਕਰ ਰਿਹਾ, ਉਹ ਅਸੀਂ ਤੁਹਾਨੂੰ ਡਿਸਕਸ ਕਰਾਂਗੇ ਅੱਗੇ ਜਾ ਕੇ। ਕੁੱਲ ਮਿਲਾ ਕੇ ਮੈਂ ਗੱਲ ਕਰੂੰਗਾ, ਮਾੜੀ ਐਜੂਕੇਸ਼ਨ ਪਾਲਿਸੀਆਂ, ਮਾੜੀ ਰੁਜ਼ਗਾਰ ਅਵਸਥਾ ਅੱਗੇ ਮੇਲ ਨਾ ਖਾਂਦੀ ਹੋਈ, ਸਮਾਨੇ ਜਾਇਜ਼ ਕਿੱਤਾਕਾਰੀ ਜਿਹੜੇ ਕੋਰਸਾਂ ਦੀ ਘਾਟ, ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਤੁਹਾਡੇ ਇੱਥੇ ਜੌਬਾਂ ਹੈਗੀਆਂ ਬਿਲਕੁਲ ਹੀ ਨਹੀਂ ਹੈਗੀਆਂ, ਤੇ ਹੈਗੀਆਂ ਤਾਂ ਉਹਨਾਂ ਨੂੰ ਕੋਈ ਤਨਖਾਹ ਦੇਣ ਦਾ ਕੋਈ ਸਕੇਲ ਪ੍ਰੋਪਰ ਜਿਹੜਾ ਹੈਗਾ ਉਹ ਹੈ ਨਹੀਂ ਹੈਗਾ। ਇਸੇ ਕਰਕੇ ਕਿ ਉਹਨਾਂ ਨੂੰ ਨੌਜਵਾਨਾਂ ਨੂੰ ਹੈ ਕਿ ਸਾਨੂੰ ਸਰਕਾਰੀ ਨੌਕਰੀ ਮਿਲਣੀ ਨਹੀਂ ਹੈਗੀ, ਤੇ ਕਿਸੇ ਨਾ ਕਿਸੇ ਰੂਪ ਅਸੀਂ ਫਿਊਚਰ ਬਣਾਈਏ। ਦੂਜਾ ਸੋਸ਼ਲ ਸਿਕਿਉਰਿਟੀ, ਨਸ਼ੇ ਜਿਹੜੇ ਮੇਨ ਮੈਂ ਕਹਾਂ, ਜਿੰਨਾ ਨਸ਼ਿਆਂ ਦਾ ਪਾ ਹੈਗਾ, ਹਰ ਪੇਰੈਂਟਸ ਮਾਪੇ ਚਾਹੁੰਦੇ ਹੈਗੇ ਆ ਕਿ ਸਾਡਾ ਬੱਚਾ ਇੱਥੋਂ ਬਚ ਕੇ ਬਾਹਰ ਚੱਲ ਜੇ। ਗੈਂਗਵਾਰ ਜਿਹੜੀ ਚੱਲ ਰਹੀ ਹੈਗੀ, ਉੱਥੋਂ ਵੀ ਬੱਚੇ ਮਾਪੇ ਡਰਦੇ ਹੈਗੇ ਕਿ ਸਾਡੇ ਬੱਚੇ ਇੱਥੇ ਸਿਕਿਉਰ ਨਹੀਂ ਹੈਗੇ। ਸੋਸ਼ਲ ਸਿਕਿਉਰਿਟੀ ਵੀ ਬਿਲਕੁਲ ਨਹੀਂ ਹੈਗੀ। ਹਾਂਜੀ, ਐਜੂਕੇਸ਼ਨ ਪਾਲਿਸੀ ਦੀ ਘਾਟ ਹੈਗੀ ਆ, ਆਰਥਿਕਤਾ ਦੀ ਘਾਟ ਹੈ, ਦੂਜਾ ਰੁਜ਼ਗਾਰ। ਹਾਂ, ਇਹ ਸਾਰੇ ਕਾਰਨ ਹੈਗੇ ਆ ਕਿ ਜਿਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈਗੀਆਂ। ਜੀ ਵਾਰੀਆ ਸਾਹਿਬ, ਮੈਂ ਸੰਖੇਪ ਦੇ ਵਿੱਚ ਤਮਾਮ ਸਵਾਲ ਨੇ ਜਿਹੜੇ ਪੰਜਾਬ ਦੀ ਸਰਜ਼ਮੀਨ ਦੇ ਨਾਲ ਜਾਂ ਵਿਦਿਆਰਥੀਆਂ ਦੇ ਨਾਲ ਜੁੜੇ ਹੋਏ ਨੇ। ਲੰਮੇ ਸਮੇਂ ਤੋਂ ਤੁਸੀਂ ਵੀ ਕੈਨੇਡਾ ਦੇ ਵਿੱਚ ਵਸੇਬਾ ਕੀਤਾ, ਆਪਣੀ ਸਰਜ਼ਮੀਨ ਨੂੰ ਛੱਡਿਆ ਹੈ, ਤਾਂ ਸਭ ਤੋਂ ਪਹਿਲਾਂ ਮੁੱਢਲਾ ਸਵਾਲ ਇਹ ਹੈ ਕਿ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਆਉਂਦੇ ਨੇ, ਆਪਣੇ ਪੰਜਾਬ ਨੂੰ ਛੱਡ ਕੇ ਆਉਂਦੇ ਨੇ, ਆਪਣੇ ਘਰ ਨੂੰ ਛੱਡ ਕੇ ਆਉਂਦੇ ਨੇ, ਤਾਂ ਉਹ ਕਿੰਨਾ ਹਾਲਾਤਾਂ ਦੇ ਵਿੱਚ ਆਉਂਦੇ ਨੇ, ਜਾਂ ਜ਼ਿਆਦਾਤਰ ਕਿਹੜੇ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਆ ਜਿਹੜੇ ਮੱਧ ਵਰਗੀ ਦੇ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਵੱਡੇ ਘਰਾਣਿਆਂ ਦੇ ਨਾਲ ਸੰਬੰਧ ਰੱਖਦੇ ਆ, ਤਾਂ ਕਿਹੜੇ ਘਰਾਣਿਆਂ ਦੀ ਜ਼ਿਆਦਾ ਗਿਣਤੀ ਨਜ਼ਰ ਆਉਂਦੀ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਵਸੇਬਾ ਕੀਤਾ ਹੋਇਆ ਵਿਦੇਸ਼ ਦੇ ਵਿੱਚ? ਮੇਰੇ ਕੋਲ ਇੱਕ ਸਟੱਡੀ ਹੈਗੀ ਆ, ਜਿਹੜੇ ਕੈਨੇਡੀਅਨ ਜਾਇਓਗ੍ਰਾਫਿਕਲ ਸਟੱਡੀ ਹੈਗੀ ਆ, ਸੰਸਥਾ ਹੈਗੀ ਆ ਜਿਹਨੇ ਸਟੱਡੀ ਕੀਤੀ ਆ। ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਤੁਸੀਂ ਮੈਨੂੰ ਜਿਹੜਾ ਸਵਾਲ ਕੀਤਾ ਹੈਗਾ ਕਿ ਕਿਹੜੇ ਵਰਗ ਦੇ ਹੈਗੇ ਆ ਵਿਦਿਆਰਥੀ ਤੇ ਕਿੰਨਾ ਹਾਲਾਤਾਂ 'ਚ ਆਉਂਦੇ ਆ, ਇਹ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਹੈਗੇ ਆ ਜਿਹੜੇ ਜ਼ਿਆਦਾਤਰ, ਜਿਨ੍ਹਾਂ ਦੀ ਗਿਣਤੀ ਜ਼ਿਆਦਾ ਉਹ ਆ ਰਹੀ ਹੈਗੀ ਆ। ਮੱਧ ਵਰਗੀ ਪਰਿਵਾਰਾਂ ਦੇ ਬੱਚੇ ਜਿਹੜੇ ਹੈਗੇ ਆ ਕੈਨੇਡਾ ਆ ਰਹੇ ਹੈਗੇ ਆ। ਉਹ ਕਿਉਂ ਆ ਰਹੇ ਆ, ਹੁਣ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਹੈਗਾ ਕਿ ਜਿੱਦਾਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹੈਗੇ ਆ। ਹਾਂਜੀ, ਕਿ ਮੱਧ ਵਰਗੀ ਪਰਿਵਾਰਾਂ ਦਾ ਬੱਚਾ ਜਿਹੜਾ ਫਾਰਮਰ ਹੈਗਾ, ਉਹ ਵੀ ਚਾਹੁੰਦਾ ਕਿ ਮੇਰੀ ਖੇਤੀ 'ਚ ਕੋਈ ਮੈਨੂੰ ਫਾਇਦਾ ਨਹੀਂ ਹੈਗਾ, ਮੇਰਾ ਬੱਚਾ ਇੱਥੇ ਨਾ ਰਵੇ, ਕਿਸੇ ਤਰ੍ਹਾਂ ਦਾ ਭਵਿੱਖ ਬਣ ਜੇ ਉੱਥੇ ਜਾ ਕੇ। ਹਾਂਜੀ, ਛੋਟਾ ਦੁਕਾਨਦਾਰ ਜਿਹੜਾ ਹੈਗਾ, ਉਹਨੂੰ ਵੀ ਲੱਗਦਾ ਮੈਨੂੰ ਦੁਕਾਨਦਾਰੀ 'ਚੋਂ ਕਿੰਨਾ ਕੁ ਫਾਇਦਾ ਹੋਇਆ ਸਾਰੀ ਉਮਰ, ਜੇ ਮੇਰਾ ਰੈਵਨਿਊ ਨਹੀਂ ਵਧਿਆ ਤੇ ਬੱਚਾ ਕਿੱਦਾਂ ਸਕਸੈਸ ਹੋਊਗਾ। ਸੋ ਇਹ ਇੱਕ ਕਾਰਨ ਹੈਗਾ ਕਿ ਜਿਹੜਾ ਮੱਧ ਵਰਗੀ ਪਰਿਵਾਰ ਹੈਗੇ ਆ, ਉਹ ਕਿਸੇ ਵੀ ਤਰ੍ਹਾਂ ਆਪਣੀ ਜਿਹੜੀ ਜ਼ਮੀਨ ਹੈਗੀ ਆ ਜਾਂ ਕਿਸੇ ਦੀ ਦੁਕਾਨ ਹੈਗੀ ਆ, ਉਹਨੂੰ ਗਿਰਵੀ ਰੱਖ ਕੇ, ਆਪਣੀ ਜ਼ਮੀਨ ਨੂੰ ਗਿਰਵੀ ਰੱਖ ਕੇ, ਕਰਜ਼ਾ ਚੁੱਕ ਕੇ, ਰਿਸ਼ਤੇਦਾਰਾਂ ਭੈਣ ਭਰਾਵਾਂ ਕੋਲ ਫੜ ਕੇ, ਪੂਰਾ ਉਹ ਆਪਣੀ ਤਰਫੋਂ ਜਿੰਨਾ ਵੀ ਉਹ ਚੁੱਕ ਸਕਦੇ ਪੈਸਾ ਚੁੱਕ ਕੇ ਬੱਚਿਆਂ ਨੂੰ ਕਿਸੇ ਤਰ੍ਹਾਂ ਬਾਹਰ ਭੇਜਣਾ ਚਾਹੁੰਦੇ ਆ। ਕੋਈ ਵੀ ਕੈਨੇਡਾ ਦਾ, ਇੰਡੀਆ ਦਾ ਪਰਿਵਾਰ ਬਹੁਤ ਘੱਟ ਆ। ਪੰਜਾਬ ਦੇ ਪਰਿਵਾਰ ਮੈਨੂੰ ਲੱਗਦਾ 100 ਚੋਂ 5% ਹੋਣਗੇ ਜਿਨ੍ਹਾਂ ਕੋਲ ਪੈਸੇ ਹੈਗੇ ਆ ਪੂਰੀ ਤਰ੍ਹਾਂ ਅਕਾਊਂਟਾਂ ਦੇ ਵਿੱਚ, ਜਿਨ੍ਹਾਂ ਨੂੰ ਕੋਈ ਕਰਜ਼ਾ ਚੁੱਕਣ ਦੀ ਲੋੜ ਨਹੀਂ। 95% ਜਿਹੜੇ ਹੈ ਪਰਿਵਾਰ ਹੈਗੇ, ਉਹ ਕਰਜ਼ਾ ਲੈ ਕੇ ਮੱਧ ਵਰਗੀ ਪਰਿਵਾਰਾਂ ਦੇ ਜਿਹੜੇ ਆ ਉਹ ਬੱਚਿਆਂ ਨੂੰ ਭੇਜ ਰਿਹਾ। ਜੇ ਕੋਈ ਵੱਡਿਆਂ ਦੇ ਘਰਾਂ ਦੇ ਕਾਕੇ ਆ ਰਹੇ ਆ ਤਾਂ ਉਹ ਸਿਰਫ ਸ਼ੌਂਕ ਨਾਲ ਆ ਕੇ ਉਹ ਫਿਰ ਇੱਥੇ ਆ ਕੇ ਬਹੁਤ ਸਾਰੀ ਡਿਸਟਰਬਿੰਗ ਵੀ ਕਰ ਰਹੇ ਆ, ਜਿਹੜੇ ਵੱਡਿਆਂ ਘਰਾਂ ਦੇ ਕਾਕੇ ਆ ਰਹੇ ਆ। ਸੋ ਮੇਰੇ ਕਹਿਣ ਤੋਂ ਭਾਵ ਇਹ ਸੀ ਕਿ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਹੈਗੇ ਆ। ਇਹ ਗੱਲ ਹੈਗੀ ਆ ਉੱਥੋਂ ਦੀ। ਜੇ ਹੁਣ ਇੱਥੋਂ ਦੀ ਤੁਸੀਂ ਪੁੱਛਣੀ ਚਾਹੁੰਦੇ ਹੋ ਕਿ ਇੱਥੇ ਆ ਕੇ ਕੀ ਵਾਪਰਦਾ, ਉਹ ਮੈਂ ਤੁਹਾਨੂੰ ਅਗਲੇ ਸਵਾਲਾਂ ਦੇ ਵਿੱਚ ਅੱਜ ਦੱਸਾਂਗਾ। ਮੈਂ ਤੁਹਾਨੂੰ ਪੰਜਾਬ ਦੇ ਹਾਲਾਤ ਆਪਾਂ ਡਿਸਕਸ ਕੀਤੇ ਹੈਗੇ ਆ ਕਿ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਜ਼ਿਆਦਾਤਰ ਹੈਗੇ ਜਿਹੜੇ ਇੱਥੇ ਆ ਰਹੇ ਹੈਗੇ ਤੇ ਕਿੰਨਾ ਦਿੱਕਤਾਂ ਦਾ ਸਾਹਮਣਾ ਕਰਦੇ ਹੈਗੇ ਆ। ਜੀ, ਜਿਹੜੇ ਵਿਦਿਆਰਥੀ ਸਟੱਡੀ ਬੇਸ ਤੇ ਕੈਨੇਡਾ ਆਉਂਦੇ ਨੇ, ਤਾਂ ਉਹਨਾਂ ਵਿਦਿਆਰਥੀਆਂ ਦੇ ਸਾਹਮਣੇ ਚੁਣੌਤੀਆਂ ਕਿਸ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ, ਕਿ ਉਹਨਾਂ ਵਿਦਿਆਰਥੀਆਂ ਨੂੰ ਜਿਹੜੀਆਂ ਚੁਣੌਤੀਆਂ ਉਹ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੁਹਾਡੇ ਨਜ਼ਰੀਏ ਤੋਂ? ਦੇਖੋ ਹੁਣ ਮੈਂ ਇੱਥੇ ਜਿਹੜਾ ਸਵਾਲ ਆ ਨਾ, ਜਦੋਂ ਸ਼ੁਰੂ ਹੁੰਦਾ ਤੁਹਾਡਾ ਜਵਾਬ ਮੇਰਾ, ਹਨਾ,
ਉਹ ਇੱਥੋਂ ਸ਼ੁਰੂ ਹੈਗਾ ਕਿ ਕੈਨੇਡਾ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਬਹੁਤ ਸਾਰੇ ਇਮੀਗ੍ਰੇਂਟਾਂ ਦੀ ਲੋੜ ਹੈਗੀ ਆ, ਇੱਥੇ ਪ੍ਰਵਾਸੀਆਂ ਦੀ ਲੋੜ ਹੈਗੀ ਆ। ਸੋ ਕੋਈ ਸਮਾਂ ਸੀ ਕੈਨੇਡਾ ਦੇ ਰਿਫਿਊਜੀ ਆਉਣੇ ਸ਼ੁਰੂ ਹੋਏ ਸੀ। ਰਿਫਿਊਜੀਆਂ ਤੋਂ ਬਾਅਦ ਫੈਮਿਲੀ ਕੇਸ ਤੇ ਆਉਣੇ ਬੰਦੇ ਸ਼ੁਰੂ ਹੋਏ। ਫੈਮਿਲੀ ਕੇਸ ਤੋਂ ਬਾਅਦ ਪੀਆਰ ਪੜ੍ਹੇ ਲਿਖੇ ਲੋਕ ਇਹਨਾਂ ਬੁਲਾਉਣੇ ਸ਼ੁਰੂ ਕਰ ਦਿੱਤੇ ਕਿ ਸਾਨੂੰ ਉਹਨਾਂ ਦਾ ਜ਼ਿਆਦਾ ਫਾਇਦਾ। ਪੀਆਰ ਤੋਂ ਬਾਅਦ ਇਹਨਾਂ ਨੇ ਫਿਰ ਵਿਦਿਆਰਥੀ ਬੁਲਾਉਣੇ ਸ਼ੁਰੂ ਕੀਤੇ 2010-12 ਤੋਂ ਬਾਅਦ ਕਿ ਸਾਨੂੰ ਵਿਦਿਆਰਥੀਆਂ ਤੋਂ ਫੀਸਾਂ ਵੀ ਆਉਣਗੀਆਂ, ਯੰਗ ਜਨਰੇਸ਼ਨ ਹੈਗੀ ਇੱਥੇ ਕੰਮ ਕਰੂਗੀ ਤੇ ਵੱਡੀ ਪੱਧਰ ਤੇ ਵਿਦਿਆਰਥੀ ਜਿਹੜਾ ਇੱਥੇ ਆਇਆ ਹੈਗਾ ਆ, ਹਨਾ। ਉਹਦਾ ਇੱਕੋ ਇੱਕ ਕਾਰਨ ਕੈਨੇਡਾ ਦੀ ਇਕਨੋਮੀ ਨੂੰ ਬੂਸਟ ਕਰਨਾ ਆ ਤੇ ਉਹਦੇ ਬਿਹਾਫ ਦੇ ਉੱਤੇ ਹੀ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਬਣੀ ਹੋਈ ਸਟੂਡੈਂਟ ਲਈ। ਤੁਸੀਂ ਮੈਨੂੰ ਪੁੱਛਿਆ ਸੀ ਕਿੰਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਇਹੋ ਜਿਹੀ ਅਵਸਥਾ ਦੇ ਵਿੱਚ ਇੱਕ ਸਟੱਡੀ ਜਿਹੜੀ ਹੈਗੀ ਆ ਇੱਥੋਂ ਦੀ ਮੇਜਰ ਅਖਬਾਰ ਹੈਗੀ ਆ ਟੋਰਾਂਟੋ ਸਟਾਰ, ਉਹਨਾਂ ਵੱਲੋਂ ਪਿੱਛੇ ਜੇ ਕੀਤੀ ਗਈ ਸੀਗੀ। ਸਟੈਂਡਰਡ ਅਕੈਡਮਿਕ ਇੱਕ ਸੰਸਥਾ ਹੈਗੀ ਉਹਦੇ ਨਾਲ ਰਲ ਕੇ ਕਿ ਜਿਹੜੀ ਕੈਨੇਡਾ ਦੀ ਸਟੂਡੈਂਟਸ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈਗੀ ਆ ਇੱਥੋਂ ਬੁਲਾਉਣ ਦੀ, ਉਹ ਵਪਾਰ ਦੇ ਆਧਾਰਿਤ ਆ, ਬਿਜ਼ਨਸ ਦੇ ਆਧਾਰਿਤ ਆ, ਨਾ ਕਿ ਉਹਨਾਂ ਨੂੰ ਐਜੂਕੇਸ਼ਨ ਬੈਟਰ ਦੇਣ ਦੇ ਆਧਾਰਿਤ ਹੈਗੀ ਆ। ਸੋ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਉਹਨਾਂ ਦੇ ਸ਼ੋਸ਼ਣ ਦੀ ਗੱਲ ਕਿ ਜਦੋਂ ਉਹ ਬੱਚੇ ਇੱਥੇ ਆਉਂਦੇ ਆ, ਪਹਿਲਾਂ ਤੇ ਇਹ ਗੱਲ ਹੁੰਦੀ ਹੈ ਕਿ ਉਹਨਾਂ ਦੇ ਪਿੱਛੋਂ ਬੈਕ ਤੋਂ ਕਰਜ਼ਾ ਉਹਨਾਂ ਨੇ ਡੈਫੀਨੇਟਲੀ ਉਹਨਾਂ ਦੇ ਪੇਰੈਂਟਸ ਨੇ ਲਿਆ ਹੁੰਦਾ, ਥੋੜਾ ਬਹੁਤਾ, ਕਿਸੇ ਨੇ ਥੋੜਾ, ਕਿਸੇ ਨੇ ਬਹੁਤਾ। ਬੱਚਿਆਂ ਦੇ ਮਨਾਂ 'ਚ ਧਰਤੀ ਦੇ ਇੱਥੇ ਉਤਰਦਿਆਂ ਸਾਰੀ ਇਹ ਵੀ ਮਨ 'ਚ ਹੁੰਦਾ ਕਿ ਸਾਡੇ ਪੇਰੈਂਟਸ ਨੇ ਇੱਥੇ ਸਾਨੂੰ ਕਰਜ਼ਾ ਲੈ ਕੇ ਜਾਂ ਪੈਸੇ ਜਟਾ ਕੇ ਕਿਸ ਤਰ੍ਹਾਂ ਭੇਜਿਆ ਹੈਗਾ। ਇੱਕ ਇੱਕ ਕਿਤੇ ਨਾ ਕਿਤੇ ਦਿਮਾਗ ਦੇ ਉਹਨਾਂ 'ਚ ਬਰਡਨ ਇਹ ਹੁੰਦਾ ਆ। ਉਹ ਜਦੋਂ ਇਹ ਇੱਥੇ ਉਤਰਦੇ ਹੈਗੇ ਆ, ਪਹਿਲੀ ਪਹਿਲ ਤੇ ਇਹ ਹੁੰਦਾ ਕਿ ਉਹਨਾਂ ਦੀ ਉਮਰਾਂ ਬਹੁਤ ਛੋਟੀਆਂ ਨੇ। 18 ਤੋਂ ਲੈ ਕੇ 22 ਸਾਲ ਤੱਕ ਉਹਨਾਂ ਦੀ ਉਮਰ ਹੁੰਦੀ ਆ, ਬੜੀ ਛੋਟੀ ਉਮਰ ਹੁੰਦੀ ਆ। ਪੇਰੈਂਟਸ ਤੋਂ ਇੱਕਦਮ ਇੱਥੋਂ ਅਲੱਗ ਹੋ ਜਾਂਦੇ ਆ। ਇੱਥੇ ਆ ਕੇ ਜਿਨ੍ਹਾਂ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਪਹਿਲਾਂ ਤਾਂ ਪਹਾੜ ਜਿੱਡੀ ਇਹ ਗੱਲ ਹੈਗੀ ਕਿ ਅੱਜ ਇੱਥੇ ਰਿਹਾਇਸ਼ ਇੰਨੀ ਕੈਨੇਡਾ 'ਚ ਮਹਿੰਗੀ ਹੋ ਚੁੱਕੀ ਆ ਕਿ $1800 ਦੀ ਬੇਸਮੈਂਟ ਮਿਲਦੀ ਹੈਗੀ ਆ। ਹਾਂਜੀ, ਜੇ ਪਰ ਬੰਦਾ ਵੀ ਲਾ ਲਈਏ ਤੇ ਉਹਨਾਂ ਨੂੰ ਕਾਸਟ ਜਿਹੜੀ ਹੈਗੀ ਆ ਰਹਿਣ ਦੀ $500 ਪ੍ਰਤੀ ਬੰਦਾ ਪੈਂਦੀ ਹੈਗੀ ਆ ਵਿਦਿਆਰਥੀ ਜਿਹੜੀ ਆ। ਇਸ ਤੋਂ ਇਲਾਵਾ ਰਹਿਣ ਸਹਿਣ ਦਾ ਜਿਹੜਾ ਖਰਚਾ ਹੈਗਾ, ਖਾਣ ਪੀਣ ਦਾ ਖਰਚਾ ਹੈਗਾ ਆ, ਪੜ੍ਹਾਈ ਦਾ ਨਾਲ ਪੂਰਾ ਖਰਚਾ ਕਰਨਾ ਹੈਗਾ ਆ। ਸੋ ਪਹਿਲਾਂ ਤਾਂ ਉਹਨਾਂ ਨੂੰ ਚੰਗਾ ਲੱਗਦਾ ਹੈਗਾ, ਲੇਕਿਨ ਜਦੋਂ ਇੱਥੇ ਕੰਮਾਂ ਦੀ ਜਿਹੜੀ ਤਸੀਰ ਹੈਗੀ ਆ ਕਿ ਬਹੁਤ ਹਾਰਡ ਕੰਮ ਹੈਗੇ ਆ ਕੰਪਨੀਆਂ ਦੇ ਵਿੱਚ, ਲਗਾਤਾਰ ਉਹ 20 ਘੰਟੇ ਅਲਾਉਡ ਹੁੰਦੇ ਆ। ਇੱਕ ਸੋਚਣ ਵਾਲੀ ਗੱਲ ਹੈਗੀ 20 ਘੰਟੇ ਉਹਨਾਂ ਨੂੰ ਕੰਮ ਸਿਰਫ ਅਲਾਉਡ ਹੈਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ। 20 ਘੰਟੇ ਦੇ ਵਿੱਚ ਉਹਨਾਂ ਨੇ ਜਦ ਤੁਹਾਨੂੰ ਖਰਚੇ ਦੱਸੇ ਹੈਗੇ ਆ, ਉਹਨਾਂ ਨੇ ਆਪਣਾ ਰਿਹਾਇਸ਼ ਦਾ ਖਰਚਾ ਵੀ ਦੇਣਾ ਆ, ਪੜ੍ਹਾਈ ਦਾ ਖਰਚਾ ਵੀ ਦੇਣਾ ਹੈਗਾ, ਰਹਿਣ ਸਹਿਣ, ਗਰੋਸਰੀ, ਕੱਪੜੇ, ਸਾਰਾ ਕੁਝ ਉਹਨੂੰ ਉਹਦੇ ਚੋਂ ਪੂਰਾ ਕਰਨਾ ਹੈਗਾ। ਜਿਹੜੀ 20 ਘੰਟੇ ਤੁਸੀਂ ਜਿਹੜੀ 20 ਘੰਟੇ ਗਿਣਤੀ ਦੱਸ ਰਹੇ ਹੋ, ਮਹੀਨੇ ਦੀ ਗਿਣਤੀ ਹੈ ਜਾਂ ਹਫ਼ਤੇ ਦੀ ਗਿਣਤੀ ਹੈ 20 ਘੰਟੇ ਕੰਮ ਕਰਨ ਦੀ? ਪ੍ਰਤੀ ਹਫ਼ਤਾ 20 ਘੰਟੇ ਅਲਾਉਡ ਹੈਗਾ। ਉਹ 20 ਘੰਟੇ ਇੰਨਾ ਥੋੜਾ ਹੈਗਾ ਕਿ ਮਜਬੂਰਨ ਉਹਨਾਂ ਨੂੰ ਵਿਦਿਆਰਥੀਆਂ ਨੂੰ 20 ਘੰਟੇ ਤੇ ਲੀਗਲ ਕਰ ਸਕਦੇ ਆ। ਇਸ ਤੋਂ ਇਲਾਵਾ ਉਹਨਾਂ ਨੂੰ ਕੈਸ਼ ਤੇ ਕੰਮ ਕਰਨਾ ਪੈਂਦਾ, ਜਿਹਦਾ ਕੈਸ਼ ਦੇ ਕੰਮ ਦਾ ਕੋਈ ਰਿਕਾਰਡ ਨਹੀਂ ਹੁੰਦਾ ਉਹਨਾਂ ਕੋਲ, ਨਾ ਹੀ ਉਹ ਉਸ ਕੰਮ ਦਾ ਦਾਅਵਾ ਕਰ ਸਕਦੇ ਆ। ਇੱਥੋਂ ਐਕਸਪਲੋਇਟੇਸ਼ਨ ਸ਼ੁਰੂ ਹੁੰਦੀ ਆ ਜਦੋਂ ਉਹ ਆਪਣੀ ਕਾਨੂੰਨੀ ਜਿਹੜਾ ਉਹਨਾਂ ਨੂੰ ਮਿਲਿਆ ਹੈਗਾ ਇੱਕ ਅਧਿਕਾਰ ਕੰਮ ਕਰਨ ਦਾ, ਉਹ ਤੋਂ ਵੱਧ ਕੇ ਉਹ ਕਿਤੇ ਕੰਮ ਕਰਦੇ ਹੈਗੇ ਆ। ਤੇ ਜਿਹੜੇ ਅੱਗੇ ਬਿਜ਼ਨਸਮੈਨ ਇੱਥੇ ਸਾਡੇ ਹੀ ਲੋਕ ਬੈਠੇ ਹੋਏ ਆ, ਵੱਡੇ ਘਾਗ ਬੰਦੇ ਹੈਗੇ ਆ, ਉਹ ਇੰਨੀ ਐਕਸਪਲੋਇਟੇਸ਼ਨ ਕਰ ਰਹੇ, ਕਈ ਚੰਗੇ ਵੀ ਹੈਗੇ ਆ ਮੈਂ ਤੁਹਾਨੂੰ ਕਹਾਂ, ਲੇਕਿਨ ਬਹੁਤਿਆਂ ਦੀ ਤਾਦਾਦ ਇਦਾਂ ਦੀ ਆ ਕਿ ਉਹ ਵਿਦਿਆਰਥੀਆਂ ਦੀ ਇਸ ਗੱਲ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਮਜਬੂਰੀ ਦਾ ਕਿ ਇਹਨਾਂ ਨੂੰ ਖਰਚੇ ਆਪਣੇ ਪੂਰੇ ਕਰਨ ਲਈ ਕੰਮ ਕਰਨਾ ਹੀ ਪੈਣਾ ਵਾ ਕੈਸ਼ ਤੇ। ਉਹਨਾਂ ਨੂੰ ਥੋੜੇ ਪੈਸੇ, ਜਿਹੜੇ ਸਟੈਂਡਰਡ ਲੇਬਰ ਰੇਟ ਹੈਗਾ ਇੱਥੋਂ ਦਾ $13-14, ਉਹ ਤੋਂ ਘੱਟ ਵੀ $7-8 ਜਾਂ ਐਗਰੀਗੇਟ ਮਹੀਨੇ ਦੇ ਕਈ ਘੰਟੇ ਸਾਰਾ ਦਿਨ ਕੰਮ ਕਰਾ ਕੇ ਉਹਨਾਂ ਨੂੰ, ਜਿਹੜੇ ਹੈਗੇ ਆ 70-70 ਘੰਟੇ ਵਿਦਿਆਰਥੀ ਕਈ ਕੰਮ ਕਰਦੇ ਆ, ਆਨਲਾਈਨ ਪੜ੍ਹ ਲੈਂਦੇ ਆ ਜਾਂ ਕਿਸੇ ਤਰ੍ਹਾਂ ਕਾਲਜ ਜਾਂਦੇ ਨਹੀਂ ਹੈਗੇ, ਤੇ ਇੰਨੇ ਘੰਟੇ ਕੰਮ ਕਰਨ ਤੋਂ ਬਾਅਦ 20 ਘੰਟੇ ਤੋਂ ਉਹਨਾਂ ਨੂੰ ਪੈਸੇ ਪੇਮੈਂਟ ਮਿਲਣੀ ਹੁੰਦੀ ਆ। ਲੇਕਿਨ ਬਾਕੀ ਘੰਟਿਆਂ ਦੀ ਪੇਮੈਂਟ ਕਈ ਵਾਰੀ ਉਹਨਾਂ ਨੂੰ ਸਟੈਂਡਰਡ ਰੇਟ ਤੋਂ ਕਿਤੇ ਘੱਟ ਦਿੱਤੀ ਜਾਂਦੀ ਆ, ਜਾਂ ਫਿਰ ਕਈ ਵਾਰੀ ਇੰਪਲਾਇਰ ਕੰਮ ਕਰਾਉਂਦਾ ਰਹਿੰਦਾ, ਕੈਸ਼ ਤੇ ਕਰਾਉਂਦਾ ਰਹਿੰਦਾ, ਬਾਅਦ ਚੋਂ ਪੈਸੇ ਨਹੀਂ ਦਿੰਦਾ, ਉਹ ਮਾਰ ਲੈਂਦਾ, ਕਿਉਂਕਿ ਇਹ ਚਾਹੁੰਦਾ ਹੈਗਾ ਕਿ ਇਹਨੇ ਕਿਹੜੀ ਕੰਪਲੇਂਟ ਕਰ ਸਕਦਾ। ਕੋਈ ਵਿਦਿਆਰਥੀ ਜਿਹੜਾ ਆ 20 ਘੰਟੇ ਤੋਂ ਉੱਪਰ ਕੀਤੇ ਕੰਮ ਦੀ, ਕੈਸ਼ ਤੇ ਕੀਤੇ ਹੋਏ ਕੰਮ ਦੀ ਕਿਤੇ ਵੀ ਕੰਪਲੇਂਟ ਨਹੀਂ ਕਰ ਸਕਦਾ ਕਿ ਮੈਨੂੰ ਉਹਦੀ ਪੇਮੈਂਟ ਨਹੀਂ ਮਿਲੀ। ਸੋ ਇਹ ਇੱਕ ਕਾਰਨ ਹੈਗਾ। ਜਿਹੜੀ ਸਟੱਡੀ ਦੇ ਆਧਾਰਿਤ ਉਹ ਵਿਦੇਸ਼ ਜਾਂਦੇ ਨੇ, ਫਿਰ ਉਹ ਆਪਣੀ ਸਟੱਡੀ ਨੂੰ ਜਾਰੀ ਰੱਖ ਪਾਉਂਦੇ? ਕਿੰਨਾ ਕੁ ਸਮਾਂ ਜਾਰੀ ਰੱਖ ਪਾਉਂਦੇ ਨੇ? ਜਾਰੀ ਰੱਖ ਪਾਉਂਦੇ ਆ ਉਹ ਜਾਰੀ ਜਿਹੜਾ ਇੱਕ ਮਿਆਰੀ ਸਟੈਂਡਰਡ ਹੁੰਦਾ ਸਟੱਡੀ ਨੂੰ ਕਰਨ ਦਾ, ਉਹਨੂੰ ਮੀਟ ਵਿਦਿਆਰਥੀ ਜਿਹੜੇ ਕਰ ਪਾ ਰਹੇ ਆ, ਬਹੁਤ ਥੋੜੇ ਵਿਦਿਆਰਥੀ ਕਰ ਪਾ ਰਹੇ ਆ। ਉਹਦਾ ਕਾਰਨ ਇਹ ਹੈਗਾ ਆ, ਜੇ ਇੱਕ ਸਟੈਂਡਰਡ ਮਿਆਰ ਹੈਗਾ ਜਿਹੜਾ ਪੜ੍ਹਾਈ ਦਾ, ਕਿ ਰੈਗੂਲਰ ਬੱਚਾ ਪੜ੍ਹਾਈ ਕਲਾਸ 'ਚ ਜਾਵੇ, ਫਿਰ ਉਹ ਪੜ੍ਹੇ, ਉਹਨੂੰ ਪ੍ਰੋਪਰ ਟਾਈਮ ਦੇਵੇ ਰੋਜ਼, ਹਾਂਜੀ,
ਜਿੰਨੀਆਂ ਡਿਸਕਸ਼ਨਸ ਆ, ਡਿਬੇਟ ਹੈ, ਉਹਨਾਂ 'ਚੋਂ ਸ਼ਾਮਲ ਹੋਵੇ। ਸੈਮੀਨਾਰ ਜਿਹੜੇ ਸੈਮੀਨਾਰ ਜਿੰਨਾ ਵੀ ਆਪਣੀਆਂ ਅਸਾਈਨਮੈਂਟਾਂ ਪੂਰੀਆਂ ਕਰੇ ਰੈਗੂਲਰ। ਉਹ ਕਰ ਨਹੀਂ ਪਾਉਂਦਾ ਕਿਉਂਕਿ ਉਹਨੂੰ ਕੰਮ ਦੀ ਜ਼ਿਆਦਾ ਹੁੰਦੀ ਹੈ ਕਿ ਮੈਂ ਕੰਮ ਕਰਾਂ। ਪਿੱਛੋਂ ਉਹਨਾਂ ਦੇ ਪੇਰੈਂਟਸ ਦੇ ਵੀ ਮੈਸੇਜ ਆਉਣ ਲੱਗ ਜਾਂਦੇ ਕਿ ਤੂੰ ਸੈੱਟ ਹੋ ਗਿਆ, ਤੇਰਾ ਕੰਮ ਵਧੀਆ ਬਣ ਗਿਆ ਆ। ਇਹ ਕਾਰਨ ਹੋ ਜਾਂਦਾ ਕਿ ਉਹਨਾਂ ਨੂੰ ਪਿੱਛੇ ਆਪਣੇ ਪੈਸੇ ਭੇਜਣ ਦੀ ਵੀ ਚਿੰਤਾ ਹੁੰਦੀ ਆ। ਤੋ ਉਹ ਜਿਹੜਾ ਉਹਨਾਂ ਦਾ ਪੜ੍ਹਾਈ ਦਾ ਤੁਸੀਂ ਗੱਲ ਕਹੀ, ਸਟੈਂਡਰਡ ਮਿਆਰੀ ਤਰੀਕੇ ਨਾਲ ਪੜ੍ਹਾਈ ਨਹੀਂ ਕਰ ਪਾਉਂਦੇ। ਕਈ ਵਿਦਿਆਰਥੀ ਸੌਖੇ ਕੋਰਸ ਲੈ ਲੈਂਦੇ ਹੈਗੇ ਕਿ ਚਲੋ ਇਹਦੇ 'ਚ ਪਾਸ ਹੋਣਾ ਸੌਖਾ, PR ਇਹ 'ਚ ਵੀ ਹੈਗੀ ਆ। ਜਿਹੜੀ ਓਰੀਜਨਲ ਪੜ੍ਹਾਈ ਉਹਨਾਂ ਕੀਤੀ ਹੁੰਦੀ ਆ, ਅਸਲ ਦੇ ਵਿੱਚ ਜਿਹਦੇ ਬਿਹਾਫ ਦੇ ਉੱਤੇ ਉਹਨਾਂ ਨੇ ਇੱਥੇ ਆ ਕੇ ਅੱਗੇ ਪੜ੍ਹਾਈ ਕਰਕੇ ਵਧੀਆ ਪ੍ਰੋਫੈਸ਼ਨ ਜਾਣਾ ਹੁੰਦਾ, ਉਹਨੂੰ ਛੱਡ ਕੇ ਉਹ ਜਰਨਲ ਕੋਰਸ ਏਦਾਂ ਦੇ ਲੈ ਲੈਂਦੇ ਕਿ PR ਉਹਨਾਂ ਦੀ ਵੀ ਮਿਲ ਜਾਂਦੀ ਹੈਗੀ ਆ, ਲੇਕਿਨ ਉਹ ਸੌਖੇ ਹੁੰਦੇ ਆ ਤੇ ਕੰਮ ਕਰਨਾ ਸੌਖਾ ਹੁੰਦਾ। ਸੋ ਇਹ ਇੱਕ ਡਰਾਸਟਿਕ ਤੇ ਮਾਰੂ ਚੇਂਜ ਹੈਗੀ ਵਿਦਿਆਰਥੀਆਂ ਦੇ ਵਿੱਚ, ਜਿਹੜੀ ਉਹ ਸਿਰਫ ਆਪਣੇ ਪ੍ਰੋਫੈਸ਼ਨ ਤੋਂ, ਜਿਹੜੀ ਉਹਨਾਂ ਦੀ ਓਰੀਜਨਲ ਸਟੱਡੀ ਹੁੰਦੀ, ਉਹ ਤੋਂ ਅਲੱਗ ਤਰੀਕੇ ਦੇ ਨਾਲ ਹੋਰ ਹੀ ਸਟੱਡੀ ਲੈ ਲੈਂਦੇ ਹੈਗੇ ਆ। ਜਦੋਂ ਉਹ ਪੜ੍ਹਾਈ ਪੂਰੀ ਕਰਦੇ ਉਸ ਤੋਂ ਬਾਅਦ ਆਪਣੇ ਪ੍ਰੋਫੈਸ਼ਨ ਵਿੱਚ ਉਹਨਾਂ ਵੱਲ ਜਾਣਾ ਜਿਹੜਾ ਬੜਾ ਔਖਾ ਹੋ ਜਾਂਦਾ। ਮੋਸਟਲੀ ਜੇ ਮੈਂ ਤੁਹਾਨੂੰ ਕਹਾਂ 60% ਵਿਦਿਆਰਥੀ ਜਿਹੜੀ ਪੜ੍ਹਾਈ ਕਰਨ ਆਉਂਦੇ ਆ ਜਾਂ ਜਿਹੜੀ ਪੜ੍ਹਾਈ ਇੰਡੀਆ ਕਰਕੇ ਆਏ ਹੁੰਦੇ ਆ, ਇੰਜੀਨੀਅਰਿੰਗ ਦੀ, ਕਿਸੇ ਨੇ ਟੈਕਨੀਕਲ ਇੰਜੀਨੀਅਰਿੰਗ ਅਲੱਗ-ਅਲੱਗ ਤਰ੍ਹਾਂ ਦੀ ਪੜ੍ਹਾਈ ਕੀਤੀ ਹੁੰਦੀ ਆ, ਉਸ ਲਾਈਨ 'ਚੋਂ ਨਹੀਂ ਜਾ ਪਾਉਂਦੇ ਸਿਰਫ ਇਸ ਕਰਕੇ ਕਿ ਉਹਨਾਂ ਨੇ ਉਸ ਲਾਈਨ ਦੀ ਪੜ੍ਹਾਈ ਨੂੰ ਜਾਂ ਤਾਂ ਪੂਰਾ ਕੰਪਲੀਟ ਨਹੀਂ ਹੁੰਦਾ ਜਾਂ ਫਿਰ ਉਹਦੇ ਵਿੱਚ ਅੱਗੇ ਉਹਨਾਂ ਨੇ ਐਕਸਪੀਰੀਅੰਸ ਉਸ ਲਾਈਨ ਦਾ ਨਹੀਂ ਲਿਆ ਹੁੰਦਾ। ਕਿਉਂਕਿ ਉਹ ਚਾਹੁੰਦੇ ਹੁੰਦੇ ਆ ਕਿ ਜੇ ਤਾਂ ਸਾਨੂੰ ਥੋੜੀ ਮਨੀ ਬਣਦੀ ਆ, ਪੈਸਾ ਬਣਦੇ ਆ, ਅਸੀਂ ਉਹ ਕੰਮ ਕਰ ਲਈਏ, ਟਰੱਕ ਚਲਾ ਲਈਏ। ਬਹੁਤ ਸਾਰੇ ਵਿਦਿਆਰਥੀਆਂ ਨੂੰ ਮੈਂ ਜਾਣਦਾ ਹੈਗਾ ਆ ਜਿਹੜੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐਕਸਪੀਰੀਅੰਸ, ਕਿਉਂਕਿ ਟਰੱਕਿੰਗ ਦੇ ਲੈਵਲ ਦੇ ਉੱਤੇ ਵੀ ਹੁਣ PR ਮਿਲ ਜਾਂਦੀ ਹੈਗੀ ਆ ਐਜ ਏ ਟਰੱਕ ਡਰਾਈਵਰ ਵੀ, ਤੇ ਉਹ ਟਰੱਕ ਚਲਾਉਣਾ ਬੈਟਰ ਸਮਝ ਰਹੇ ਆ। ਹੁਣ ਤੁਸੀਂ ਦੱਸੋ, ਜਿਹੜੇ ਬੱਚਿਆਂ ਨੇ ਉੱਥੇ ਇੰਨੇ ਵੱਡੇ ਵੱਡੇ ਜਿਹੜੇ ਇੰਨੀਆਂ ਡਿਗਰੀਆਂ ਬੱਚਿਆਂ ਨੇ ਕਰਾਈਆਂ ਉਹਨਾਂ ਨੂੰ ਆਪਣੇ ਅਰਮਾਨ ਪੂਰੇ ਕਰਨ ਵਾਸਤੇ, ਉਹਨਾਂ ਦੇ ਬੱਚਿਆਂ ਦੇ ਮਾਪਿਆਂ ਦੇ ਵੀ ਅਰਮਾਨ ਹੋਣਗੇ। ਇਹ ਅਰਮਾਨ ਨਹੀਂ ਹੈਗਾ ਕਿ ਟਰੱਕ ਚਲਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ। ਕੋਈ ਵੀ ਇੱਥੇ ਪ੍ਰੋਫੈਸ਼ਨ ਹੈਗਾ, ਉਹਨੂੰ ਕਰਨਾ ਕੋਈ ਹੇਠ ਨਹੀਂ ਕੀਤਾ ਜਾਂਦਾ। ਇੰਡੀਆ ਵਰਗੀ ਸੋਚ ਨਹੀਂ ਹੈਗੀ ਇੱਥੇ, ਕਿਉਂਕਿ ਇੱਥੇ ਕੋਈ ਵੀ ਕੰਮ ਕਰਦਾ ਹੈਗਾ ਤੇ ਉਹਨੂੰ ਉਹ ਚੰਗਾ ਸਮਝਿਆ ਜਾਂਦਾ ਕਿ ਈਵਨ ਜਿੰਨੇ ਵੀ ਕੰਮ ਹਰ ਤਰ੍ਹਾਂ ਦੇ ਹੈਗੇ, ਜੇ ਕੋਈ ਸਫਾਈ ਮਜ਼ਦੂਰ ਆ ਤਾਂ ਉਹਦਾ ਬੜੀ ਰਿਸਪੈਕਟ ਹੈਗੀ ਆ ਇੱਥੇ। ਹਾਂਜੀ, ਲੇਕਿਨ ਮੇਰਾ ਸਵਾਲ ਇਹ ਹੈਗਾ, ਜਿਹੜਾ ਟੈਲੈਂਟ ਤੁਹਾਡਾ ਸੀਗਾ ਅੰਦਰ ਵਿਦਿਆਰਥੀਆਂ ਦਾ, ਜਿਹੜੀ ਉਹਨਾਂ ਨੇ ਸਟੱਡੀ ਕੀਤੀ ਸੀ, ਜਿਹੜੇ ਸੁਪਨੇ ਉਹਨਾਂ ਦੇ ਮਾਪਿਆਂ ਨੇ ਸਜੋਏ ਸੀ, ਉਹਨਾਂ ਦਾ ਕੀ ਬਣਿਆ? ਉਹ ਰੁਲ ਜਾਂਦੇ ਹੈਗੇ। ਉਹਦਾ ਕਾਰਨ ਇੱਕੋ ਹੈਗਾ ਕਿ ਉਹ ਵਿਦਿਆਰਥੀ ਨਾ ਤਾਂ ਉਹ ਆਪਣੀ ਪੜ੍ਹਾਈ ਸਟੈਂਡਰਡ ਤਰੀਕੇ ਨਾਲ ਕਰ ਪਾਉਂਦੇ ਆ, ਨਾ ਉਹ ਓਰੀਜਨਲ ਪੜ੍ਹਾਈ ਜਿਹੜੀ ਆ ਕੰਟੀਨਿਊ ਕਰਦੇ ਹੈਗੇ ਆ, ਤੇ ਨਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਕੰਟੀਨਿਊ ਉਹੋ ਹੀ ਕਰਦੇ ਹੈਗੇ ਜਿਹੜਾ ਉਹਨਾਂ ਦਾ ਓਰੀਜਨਲ ਚਾਹੀਦਾ ਹੁੰਦਾ। ਇਹੋ ਹੀ ਕਾਰਨ ਹੈਗਾ ਕਿ ਉਹ ਅੱਜ ਇੱਕ ਸਟੱਡੀ ਮੁਤਾਬਕ ਜਿਹੜਾ ਹੈਗਾ 60% ਦੀ ਵਿਦਿਆਰਥੀ, 65% ਦੀ ਵਿਦਿਆਰਥੀ ਆਪਣੇ ਜਿਹੜੀ ਆਪਣਾ ਓਰੀਜਨਲ ਜਿੱਥੇ ਉਹਨਾਂ ਜਾਣਾ ਹੁੰਦਾ ਵਾਈਟ ਕਾਲਰ ਜੌਬਾਂ ਦੇ ਵਿੱਚ, ਉਧਰ ਜਾਣ ਦੀ ਬਜਾਏ ਉਹ ਲੇਬਰ ਵੱਲ ਜਾ ਰਹੇ ਹੈਗੇ ਆ, ਟਰੱਕਿੰਗ ਦੇ ਏਦਾਂ ਦੀਆਂ ਲਾਈਨਾਂ ਵੱਲ ਜਾ ਰਹੇ ਜਿਨ੍ਹਾਂ ਦਾ ਕੋਈ ਸਕੈਜੂਅਲ ਨਹੀਂ ਹੈਗਾ ਜੀ। ਜੀ, ਇਹ ਇੱਕ ਬਹੁਤ ਵੱਡਾ ਚਿੰਤਾ ਵਾਲਾ ਬਾਰੀਆ ਸਾਹਿਬ ਸਾਡੇ ਸਾਹਮਣੇ ਸਵਾਲ ਆਉਂਦਾ ਕਿ ਜਿਹੜੇ ਵਿਦਿਆਰਥੀ ਪੰਜਾਬ ਦੀ ਧਰਤੀ ਤੇ ਰਹਿੰਦੇ ਆ, ਕੰਮਕਾਰ ਦੀ ਭਾਲ ਵਿੱਚ ਰਹਿੰਦੇ ਆ, ਕਈ ਵਾਰ ਉਹਨਾਂ ਦੇ ਵੱਲੋਂ ਅਜਿਹਾ ਕਦਮ ਚੱਕ ਲਿਆ ਜਾਂਦਾ ਹੈ ਤਾਂ ਜਿਹਨੂੰ ਲੈ ਕੇ ਮਾਪਿਆਂ ਦੇ ਵਿੱਚ ਬਹੁਤ ਵੱਡੀ ਫਿਕਰਮੰਦੀ ਸ਼ੁਰੂ ਹੋ ਜਾਂਦੀ ਹੈ, ਖੁਦਕੁਸ਼ੀ ਦੀ ਗੱਲ ਕੀਤੀ ਜਾਂਦੀ ਹੈ। ਪਰ ਜਿਹੜੇ ਵਿਦਿਆਰਥੀ ਕੈਨੇਡਾ ਵਰਗੇ ਇੱਕ ਵਿਕਸਿਤ ਦੇਸ਼ ਵਿੱਚ ਚਲੇ ਜਾਂਦੇ ਆ ਤਾਂ ਉੱਥੇ ਜਾ ਕੇ ਕੁਝ ਵਿਦਿਆਰਥੀ ਪਿਛਲੇ ਸਮੇਂ ਦੇ ਦਰਮਿਆਨ ਵੀ ਅਜਿਹੀਆਂ ਘਟਨਾਵਾਂ ਦੇਖਣ ਦੇ ਵਿੱਚ ਆਈਆਂ ਕਿ ਵਿਦਿਆਰਥੀ ਖੁਦਕੁਸ਼ੀ ਦੇ ਰਸਤੇ ਪੈ ਗਏ। ਉਹਨਾਂ ਵਿਦਿਆਰਥੀਆਂ ਦਾ ਖੁਦਕੁਸ਼ੀ ਕਰਨ ਦਾ ਮਕਸਦ ਕੀ ਸੀ? ਕਿਉਂ ਉਹਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ? ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੂੰਗਾ, ਤੁਹਾਡਾ ਸਵਾਲ ਇਹ ਬੜਾ ਅਹਿਮ ਹੈ ਸਾਰੇ ਪ੍ਰੋਗਰਾਮ ਦਾ, ਕਿ 26 ਬਿਲੀਅਨ ਡਾਲਰ ਕੈਨੇਡਾ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲੋਂ ਕਮਾਉਂਦੀ ਹੈਗੀ ਆ। ਇਕੱਲੇ ਪੰਜਾਬ ਜਾਂ ਇੰਡੀਆ ਤੋਂ ਨਹੀਂ, ਵਰਲਡ ਭਰ ਤੋਂ ਵਿਦਿਆਰਥੀ ਇੱਥੇ ਆਉਂਦੇ ਆ। ਜੇ ਮੈਂ ਕੁੱਲ ਵਿਦਿਆਰਥੀਆਂ ਦੀ ਗੱਲ ਕਰਾਂ, ਉਹਦੇ ਵਿੱਚੋਂ ਜ਼ਿਆਦਾ ਮਾਤਰਾ 'ਚ ਇੰਡੀਆ ਤੋਂ ਆਉਂਦੇ ਆ। ਇੰਡੀਆ ਵਾਲੇ ਵਿਦਿਆਰਥੀਆਂ ਤੋਂ ਜ਼ਿਆਦਾ ਵੱਡੀ ਗਿਣਤੀ 'ਚ ਪੰਜਾਬ 'ਚੋਂ ਆਉਂਦੇ ਆ। ਸੋ ਪੰਜਾਬ 'ਚ ਆਉਣ ਵਾਲੇ ਵਿਦਿਆਰਥੀ ਮੱਧ ਵਰਗੀ ਪਰਿਵਾਰਾਂ ਦੇ, ਜਿੱਦਾਂ ਆਪਾਂ ਪਹਿਲਾਂ ਵਿਚਾਰ ਵਟਾਂਦਰਾ ਕਰ ਚੁੱਕੇ ਆ, ਮੱਧ ਵਰਗੀ ਪਰਿਵਾਰਾਂ ਦੇ ਬੱਚੇ ਹੁੰਦੇ ਆ। ਬਹੁਤ ਸਾਰੀਆਂ ਦਿੱਕਤਾਂ ਆਰਥਿਕ ਪੱਧਰ ਤੇ ਉਹਨਾਂ ਨੂੰ ਹੁੰਦੀਆਂ ਹੈਗੀਆਂ ਨੇ। ਜਦੋਂ ਉਹ ਇੱਥੇ ਆਉਂਦੇ ਆ, 3-4 ਕਾਰਨ ਵੱਡੇ ਬਣਦੇ ਆ ਜਿਹੜੇ ਆਪਾਂ ਪਹਿਲਾਂ ਵੀ ਡਿਸਕਸ ਕੀਤੇ ਹੈਗੇ ਆ, ਕਿ ਉਹਨਾਂ ਨੂੰ 20 ਘੰਟੇ ਕੰਮ ਅਲਾਉਡ ਹੁੰਦਾ ਆ। ਥੋੜੇ ਪੈਸੇ ਕਮਾ ਸਕਦੇ ਆ, ਉਹ ਇੰਨੇ ਪੈਸੇ ਨਹੀਂ ਕਮਾ ਸਕਦੇ ਕਿ ਉਹਦੇ ਵਿੱਚੋਂ ਉਹ ਆਪਣੇ ਸਾਰੇ ਖਰਚੇ ਮੀਟ ਕਰਨ, ਤੇ ਪਿੱਛੇ ਵੀ ਪੇਰੈਂਟਸ ਨੂੰ ਪੈਸੇ ਭੇਜਣ ਕਿ ਉਹਨਾਂ ਦਾ ਥੋੜਾ ਬਹੁਤਾ ਕਰਜ਼ਾ ਆ ਉਹ ਰੀਸੈਟਲ ਹੋ ਜੇ। ਇਹਦੇ ਨਾਲ ਉਹ ਬੇਸਮੈਂਟ ਦਾ ਖਰਚਾ, ਪੜ੍ਹਾਈ ਦਾ ਖਰਚਾ ਸਮੈਸਟਰ ਵਾਈਜ਼, ਹਾਂਜੀ, ਕੱਪੜਿਆਂ ਦਾ ਖਰਚਾ, ਇਹ ਖਰਚਾ ਉਹਨਾਂ ਲਈ ਬਹੁਤ ਜ਼ਿਆਦਾ ਹੁੰਦਾ। ਇੱਕ ਤੋਂ ਇਲਾਵਾ ਕਿਉਂਕਿ ਬੱਚਿਆਂ ਦੀ ਉਮਰ ਛੋਟੀ ਹੁੰਦੀ ਆ, ਇਹ ਸੁਭਾਵਿਕ ਗੱਲ ਹੈ ਕਿ ਇਹ ਜਿਹੜੇ ਇੰਡਸਟਰੀਅਲ ਕੰਟਰੀ ਹੈਗੇ ਆ ਕੈਨੇਡਾ ਵਰਗੇ,
ਇੱਥੇ ਬਹੁਤ ਸਾਰੀ ਟੈਕਨੋਲੋਜੀ ਐਡਵਾਂਸ ਹੈਗੀ ਆ, ਨਵੇਂ ਮੋਬਾਈਲ, ਹਰ ਚੀਜ਼ ਜਿਹੜੀ ਹੈਗੀ ਮਾਰਕੀਟ 'ਚ ਅਵੇਲੇਬਲ ਹੈਗੀ ਆ। ਤੁਹਾਨੂੰ ਜਦੋਂ ਵੀ ਤੁਸੀਂ ਮਾਰਕੀਟ 'ਚ ਲੰਘੋਗੇ, ਵੱਡੇ ਵੱਡੇ ਮਾਲ ਹੈਗੇ ਆ, ਸਟੈਂਡਰਡ ਕੱਪੜੇ ਹੈਗੇ। ਵੈਸੇ ਇੰਡੀਆ 'ਚ ਵੀ ਹੁਣ ਘਾਟ ਨਹੀਂ ਹੈਗੀ ਉਹਨਾਂ ਚੀਜ਼ਾਂ ਦੀ, ਪਰ ਮੈਂ ਤੁਹਾਨੂੰ ਇੱਥੋਂ ਦੀ ਗੱਲ ਦੱਸ ਰਿਹਾ। ਜਦੋਂ ਵੀ ਤੁਸੀਂ ਮਾਲ ਜਾਓ, ਉੱਥੇ ਇੰਨੀ ਚਕਾਚੌਂਧ ਹੁੰਦੀ ਆ, ਹਰ ਬ੍ਰਾਂਡ ਦਾ ਉੱਥੇ ਕੱਪੜਾ ਜਿਹੜਾ ਮਿਲ ਜਾਂਦਾ। ਕ੍ਰੈਡਿਟ ਕਾਰਡ ਬੈਂਕਾਂ ਬੜੀ ਆਸਾਨੀ ਨਾਲ ਦੇ ਦਿੰਦੀਆਂ ਵਾ, ਵਿਦਿਆਰਥੀਆਂ ਨੂੰ ਵੀ ਦੇ ਦਿੰਦੀਆਂ ਹੈਗੀਆਂ, ਇਹ ਬਿਨਾਂ ਸੋਚੇ ਸਮਝੇ ਕਿ ਉਹ ਕਿੱਥੋਂ ਬਿੱਲ ਪੇ ਕਰਨਗੇ। ਹਾਂਜੀ, ਕੋਈ ਉਹ ਕਿਉਂਕਿ ਉਹ ਬੱਚੇ ਹੈਗੇ ਆ, ਚੰਗੇ ਕੱਪੜੇ ਪਾਉਣੇ, ਸਟੈਂਡਰਡ ਦੇ ਬੂਟ ਪਾਉਣੇ, ਵਧੀਆ ਮੋਬਾਈਲ ਸਟੈਂਡਰਡ ਦਾ ਆਈਫੋਨ 13 ਪ੍ਰੋ ਜਾਂ ਕਿਹੜਾ ਵੀ ਨਵਾਂ ਆਉਂਦਾ ਹੈਗਾ, ਉਹ ਫੋਨਾਂ ਦੀ ਜਿਹੜੀ ਪਲਾਨ ਹੁੰਦੀ ਆ, ਜਿਹੜੀ ਮੰਥਲੀ, ਉਹਦੇ ਤੇ ਮਿਲ ਜਾਂਦੇ ਹੈਗੇ ਆ। ਹਾਂਜੀ, ਇਸ ਤਰ੍ਹਾਂ ਉਹ ਵਿਦਿਆਰਥੀਆਂ ਨੂੰ ਜਿਹੜਾ ਐਕਸੈਸ ਹੈਗਾ ਨਾ ਇਹਨਾਂ ਚੀਜ਼ਾਂ ਪ੍ਰਤੀ ਬੜਾ ਸੌਖਾ ਆ, ਕਿਉਂਕਿ ਪੇਰੈਂਟਸ ਕੋਲ ਹੁੰਦੇ ਨਹੀਂ ਹੈਗੇ ਸਮਝਾਉਣ ਵਾਸਤੇ। ਉਹ ਗੱਡੀਆਂ, ਈਵਨ ਗੱਡੀਆਂ ਜਿਹੜੀਆਂ ਹੈਗੀਆਂ, ਵੱਡੇ ਬ੍ਰਾਂਡ ਦੀਆਂ ਗੱਡੀਆਂ ਜਿਹੜੀਆਂ ਇੰਡੀਆ ਦੇ ਵਿੱਚ, ਜਿਨ੍ਹਾਂ ਨੂੰ ਲੈਣਾ ਬੜਾ ਔਖਾ ਸਮਝਿਆ ਜਾਂਦਾ, ਇੱਥੇ ਵੀ ਉਹ ਬੜੀ ਆਸਾਨੀ ਦੇ ਨਾਲ ਬੈਂਕਾਂ ਵੱਲੋਂ ਉਹਨਾਂ ਨੂੰ ਲੋਨ ਜਿਹੜਾ ਉਹਦੇ ਤੇ ਦੇ ਦਿੱਤਾ ਜਾਂਦਾ। ਇਹੋ ਇੱਕ ਕਾਰਨ ਹੁੰਦਾ ਕਿ ਵਿਦਿਆਰਥੀ ਵੱਲੋਂ ਇੱਧਰ ਚਕਾਚੌਂਧ ਦੇ ਵਿੱਚ ਬ੍ਰਾਂਡਡ ਕੱਪੜੇ, ਜਿਨ੍ਹਾਂ ਦੀ ਪਹੁੰਚ ਅਜੇ ਨਹੀਂ ਹੁੰਦੀ ਉਹਦੇ ਵਾਸਤੇ, ਜੀ ਫੋਨ, ਕਾਰਾਂ, ਜਦੋਂ ਬਰਡਨ ਵੱਧਦਾ ਜਾਂਦਾ ਆ, ਤੇ ਦੂਜੇ ਪਾਸੇ ਉਹ ਇਹ ਅੰਦਾਜ਼ਾ ਲਾਉਂਦੇ ਕਿ ਚਲੋ ਅਸੀਂ ਇੰਨਾ ਅਸੀਂ ਗਰੰਟਡ ਕੰਮ ਕਰ ਲਿਆ 20 ਘੰਟੇ, ਇੰਨਾ ਅਸੀਂ ਕੈਸ਼ ਤੇ ਕੰਮ ਕੀਤਾ ਆ, ਸਾਨੂੰ ਪੈਸੇ ਆ ਜਾਣੇ ਆ, ਅਸੀਂ ਆਪਣੇ ਬਿੱਲ ਪੇ ਕਰ ਦੇਣੇ ਆ। ਲੇਕਿਨ ਕਈ ਵਾਰ ਏਦਾਂ ਹੁੰਦਾ ਕਿ ਜਿਹੜੀ ਐਕਸਪੈਕਟੇਸ਼ਨ ਉਹਨਾਂ ਦੀ ਪੈਸਿਆਂ ਦੀ ਹੁੰਦੀ ਆ, ਜਿਹੜਾ ਕੈਸ਼ ਤੇ ਕੰਮ ਕੀਤਾ ਜਾਂਦਾ, ਮਾਰੇ ਜਾਂਦੇ ਹੈਗੇ ਪੈਸੇ। ਉਹ ਕ੍ਰੈਡਿਟ ਕਾਰਡ ਹੌਲੀ ਹੌਲੀ ਚੜ੍ਹਦੇ ਜਾਂਦੇ ਉਹਨਾਂ ਦੇ। ਆਰਥਿਕ ਤੌਰ ਤੇ ਨਾ ਤਾਂ ਉਹਨਾਂ ਨੂੰ ਕੋਈ ਮਾਨਸਿਕ ਤੌਰ ਤੇ ਸਪੋਰਟ ਕਰਨ ਵਾਲਾ ਹੁੰਦਾ ਆ ਇਸ ਮੁਲਕ ਦੇ ਵਿੱਚ, ਪੱਥਰਾਂ ਦੇ, ਜਿਹਦਾ ਚੰਡੀਗੜ੍ਹ 'ਚ ਵੀ ਕਿਹਾ ਜਾਂਦਾ ਇਹ ਗੱਲ, ਇੱਥੇ ਵੀ ਏਦਾਂ ਹੀ ਗੱਲ ਹੈਗੀ ਆ ਕਿ ਆਪਣੇ ਲੋਕ ਵੀ ਸਪੋਰਟ ਐ ਨਹੀਂ ਕਰਦੇ ਹੈਗੇ ਕਿ ਹਰ ਬੰਦੇ ਨੂੰ ਆਪੋ ਆਪਣਾ ਰਹਿਣਾ, ਖਾਣਾ ਪੀਣਾ ਕਰਨਾ ਪੈਂਦਾ ਹੈਗਾ। ਸੋ ਉਹ ਹਾਲਾਤ ਏਦਾਂ ਦੇ ਕਈ ਵਾਰੀ ਬਣ ਜਾਂਦੇ ਹੈਗੇ ਆ ਕਿ ਖਾਣਾ ਪੀਣਾ ਉਹਨਾਂ ਦਾ ਵਿਚਾਰਿਆਂ ਦਾ, ਉਹ ਇੰਨੀ ਲਿਮਟ ਤੋਂ ਕਰਜ਼ਾ ਜਿਹੜਾ ਵੱਧ ਜਾਂਦਾ ਹੈਗਾ ਆ। ਉਹਨਾਂ ਨੂੰ ਚਾਰ ਸਵੇਰੋਂ ਘਿਰ ਜਾਂਦੇ ਆ, ਪੜ੍ਹਾਈ ਲਈ ਫੀਸ ਨਹੀਂ ਦੇ ਪਾਉਂਦੇ। ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਅਸੀਂ ਹੁਣ ਜੇ ਪੜ੍ਹਾਈ ਵੀ ਨਾ ਪੂਰੀ ਕਰ ਪਾਏ, ਪੜ੍ਹਾਈ ਨਾ ਪੂਰੀ ਕਰ ਪਾਉਣਾ, ਮਾਪਿਆਂ ਦਾ ਦੂਰ ਹੋਣਾ, ਲੋੜ ਤੋਂ ਵੱਧ ਚੀਜ਼ਾਂ ਲਈਆਂ ਤੋਂ ਉਹਨਾਂ ਦੀ ਪੇਮੈਂਟ ਨਾ ਕਰ ਪਾਉਣਾ, ਚਾਰ ਸਵੇਰੋਂ ਇਹ ਘਿਰ ਜਾਣਾ। ਕਈ ਵਾਰੀ ਦਿੱਕਤਾਂ, ਇੱਕਦਮ ਮਕਾਨ ਮਾਲਕਾਂ ਵੱਲੋਂ ਰਿਹਾਇਸ਼ ਤੋਂ ਜਵਾਬ ਦੇ ਦੇਣਾ, ਪੈਸੇ ਨਾ ਹੋਣ ਦੀ ਸੂਰਤ ਦੇ ਵਿੱਚ ਮਾਨਸਿਕ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈਗਾ ਆ, ਜਿਹੜਾ ਅੰਦਰੇ ਅੰਦਰ ਵਿਦਿਆਰਥੀ ਉਹਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ। ਕਈ ਬੜੇ ਉੱਥੇ ਸੌਖੇ ਮਾਹੌਲ ਚੋਂ ਆਏ ਹੁੰਦੇ ਆ, ਹੋਮ ਮੀਡੀਆ ਚੋਂ। ਸੋ ਇਹੀ ਕਾਰਨ ਬਣਦਾ ਹੈਗਾ ਕਿ ਉਹ ਮਾਨਸਿਕ ਤੌਰ ਤੇ ਇੰਨੀ ਪਰੇਸ਼ਾਨੀ ਚਲੇ ਜਾਂਦੇ ਹੈਗੇ ਆ, ਤੇ ਕਈ ਬੱਚੇ ਇਦਾਂ ਦੀ ਗਲਤੀ ਕਰ ਬੈਂਦੇ ਆ, ਜਿਹੜੇ ਕਿ ਇਦਾਂ ਨਹੀਂ ਕਰਨਾ ਚਾਹੀਦਾ, ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਹੈਗਾ, ਸਾਡਾ ਮੰਨਣਾ ਹੈਗਾ ਆ ਜੀ। ਜਿਹੜੀ ਕੈਨੇਡਾ ਦੀ ਗਵਰਨਮੈਂਟ, ਉਹਦੀ ਗੱਲ ਕਰੀਏ ਤਾਂ ਜਿਹੜੇ ਪੰਜਾਬ ਤੋਂ ਜਾਂ ਇੰਡੀਆ ਤੋਂ ਵਿਦਿਆਰਥੀ ਜਾਂਦੇ, ਚਾਹੇ ਹੋਰ ਦੇਸ਼ਾਂ ਤੋਂ ਵਿਦਿਆਰਥੀ ਸਟੱਡੀ ਵਾਸਤੇ ਜਾਂਦੇ ਆ, ਤੇ ਉਹਨਾਂ ਦੀ ਇਹ ਜਿਹੜੀ ਦਰਪੇਸ਼ ਚੁਣੌਤੀ, ਉਹਨੂੰ ਲੈ ਕੇ ਕੋਈ ਮਸਲੇ ਦਾ ਹੱਲ ਲੱਭਿਆ ਜਾ ਰਿਹਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਚਿੰਤਨ ਕੀਤਾ ਜਾ ਰਿਹਾ ਹੈ? ਬਿਲਕੁਲ ਹੱਲ ਲੱਭਿਆ ਜਾ ਰਿਹਾ। ਮੈਂ ਹੁਣ ਤੁਹਾਨੂੰ ਇੱਥੇ ਹੀ ਆਪਣੇ ਪੁਆਇੰਟ ਤੇ ਆਊਂਗਾ। ਪਹਿਲੀ ਗੱਲ ਤੇ ਇਹ ਪੋਜ਼ਿਟਿਵ ਰਹਿਣਾ ਚਾਹੀਦਾ ਸਾਨੂੰ ਇਸ ਮਾਮਲੇ 'ਚ। ਜਿਹੜੀਆਂ ਗੱਲਾਂ ਮੈਂ ਕੀਤੀਆਂ ਹੈਗੀਆਂ ਸਿਰਫ ਚੌਕਸ ਕਰਨ ਵਾਸਤੇ ਆ। ਸਵਰਾਜ ਸਾਹਿਬ, ਜਿਹੜੀਆਂ ਗੱਲਾਂ ਆਪਾਂ ਕਰਦੇ ਪਏ ਆ, ਵਿਦਿਆਰਥੀਆਂ ਦੇ ਜਿਹੜੇ ਹਾਲਾਤ ਦੱਸੇ ਆ ਤੁਹਾਨੂੰ, ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਇਹ ਨਹੀਂ ਕਿ ਸਾਰੇ ਵਿਦਿਆਰਥੀ ਇੰਨੀਆਂ ਦਿੱਕਤਾਂ ਦਾ ਸਾਹਮਣਾ ਕਰਨੇ ਪਾ ਰਹੇ, ਕੋਈ ਸਫਲ ਨਹੀਂ ਹੋ ਪਾ ਰਹੇ। ਬਹੁਤ ਸਾਰੇ ਵਿਦਿਆਰਥੀ ਹੈਗੇ ਆ ਜਿਹੜੇ ਬਹੁਤ ਵਧੀਆ ਅਹੁਦਿਆਂ ਤੇ, ਚੰਗੇ ਕੈਟਾਗਰੀ ਵਿੱਚ, ਪ੍ਰੋਫੈਸ਼ਨ 'ਚ ਗਏ ਹੈਗੇ ਆ, ਕਾਮਯਾਬ ਹੋਏ ਆ ਬੱਚੇ, ਚੰਗੇ ਪ੍ਰੋਫੈਸ਼ਨ 'ਚ ਉਹਨਾਂ ਨੇ ਗਏ ਆ। ਲੇਕਿਨ ਜਿਹੜੀਆਂ ਦਿੱਕਤਾਂ ਦਾ ਵਿਦਿਆਰਥੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ ਇੱਥੇ ਆ ਕੇ, ਮੈਂ ਉਹ ਤੁਹਾਡੇ ਨਾਲ ਦੱਸੀਆਂ ਹੈਗੀਆਂ। ਹੱਲ ਕੀ ਹੈਗਾ ਤੁਸੀਂ ਦੱਸਿਆ ਹੈਗਾ, ਪੁੱਛਿਆ ਮੈਨੂੰ। ਹੱਲ ਇਹ ਹੈਗਾ ਆ ਕਿ ਦੋ ਥਾਵਾਂ ਦੇ ਹੱਲ ਇਹਦਾ ਪਿਆ ਹੈਗਾ। ਪਹਿਲਾਂ ਤਾਂ ਹੋਮ ਕੰਟਰੀ 'ਚ, ਹੋਮ ਕੰਟਰੀ ਜਿਹੜੇ ਉਹਨਾਂ ਦੇ ਪੇਰੈਂਟਸ ਹੈਗੇ ਆ, ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈਗੀ ਆ ਕਿ ਐਟ ਲੀਸਟ ਉਹ ਆਪਣੀ ਕਪੈਸਿਟੀ ਨੂੰ ਜ਼ਰੂਰ ਵਾਚਣ, ਕਿ ਜੇ ਉਹ ਮੈਨੇਜ ਕਰਕੇ ਪੈਸੇ ਦਾ ਬੱਚਿਆਂ ਨੂੰ ਭੇਜਦੇ ਹੈਗੇ ਆ, ਤਾਂ ਉਹਦੇ ਲਈ ਉਹ ਬੱਚਿਆਂ ਨੂੰ ਉੱਥੇ ਦੱਸਣ ਨਾ ਕਿ ਅਸੀਂ ਇੰਨਾ ਪੈਸਾ ਤੇਰੇ ਲਈ ਮੈਨੇਜ ਕਰਕੇ ਭੇਜਿਆ, ਆਪਾਂ ਕਰਜ਼ਾ ਲੈ ਕੇ ਭੇਜਿਆ, ਹਨਾ। ਜੇ ਲੈ ਵੀ ਲਿਆ ਹੈਗਾ ਆ, ਤੇ ਉਹਦੇ ਲਈ ਉਹ ਇਹ ਨਾ ਸੋਚਣ ਕਿ ਇੱਥੇ ਆ ਕੇ ਕੈਨੇਡਾ ਦੀ ਧਰਤੀ ਤੇ ਬੱਚਾ ਉਤਰ ਗਿਆ ਤੇ ਆਉਂਦਿਆਂ ਹੀ ਡਾਲਰ ਡਿੱਗਣ ਲੱਗ ਗਿਆ। ਨਹੀਂ, ਉਹ ਇਹ ਸੋਚਣ, ਬੱਚਿਆਂ ਨੂੰ ਐਟ ਲੀਸਟ ਆਪਣੀ ਕਪੈਸਿਟੀ ਇੰਨੀ ਰੱਖਣ ਕਿ ਬੱਚੇ ਨੂੰ ਪੜ੍ਹਾਈ ਪੂਰੀ ਕਰਨ ਦਾ ਟਾਈਮ ਦੇਣ। ਉਸ ਤੋਂ ਬਾਅਦ ਪਹਿਲਾ ਹੀ ਸਟੈਪ ਇਸ ਹਿਸਾਬ ਨਾਲ ਚੁੱਕਣ, ਜੇ ਚੁੱਕ ਸਕਦੇ ਆ, ਕਿ ਇੱਕ ਉਹ ਬੱਚੇ ਨੂੰ ਮਜਬੂਰ ਕਿਸੇ ਗੱਲੋਂ ਨਾ ਕਰਨ, ਜਾਂ ਉਹਨੂੰ ਇਹ ਨਾ ਕਹਿਣ ਕਿ ਤੂੰ ਪੈਸੇ ਥੋੜੇ ਬਹੁਤੇ ਵਾਪਸ ਭੇਜ ਹੋਮ ਕੰਟਰੀ 'ਚ। ਉਹਨੂੰ ਇਹ ਜ਼ਰੂਰ ਪੁੱਛਣ। ਦੂਜਾ, ਉਹ ਇਹ ਵੀ ਪੁੱਛਣ, ਰੋਜ਼ ਉਹਦੇ ਨਾਲ ਗੱਲਬਾਤ ਕਰਨ, ਬੱਚੇ ਨਾਲ ਵੀਡੀਓ ਕਾਲ ਕਰਨ। ਜੇ ਉਹਨਾਂ ਨੂੰ ਲੱਗਦਾ ਹੈਗਾ ਆ
ਕਿ ਬੱਚਾ ਮਹਿੰਗੇ ਬ੍ਰਾਂਡ ਦੇ ਕੱਪੜੇ ਪਾ ਰਿਹਾ ਆ, ਮਹਿੰਗੀ ਕਾਰ ਲੈ ਲਈ ਹੈਗੀ ਬੱਚੇ ਨੇ, ਮਹਿੰਗਾ ਫੋਨ ਲੈ ਲਿਆ ਹੈਗਾ, ਤੇ ਉਹ ਆਪਣੇ ਬੱਚੇ ਤੋਂ ਇਹਦੀ ਬੱਲੇ ਬੱਲੇ ਨਾ ਕਰਨਗੇ ਬਹੁਤ ਵਧੀਆ ਕੈਨੇਡਾ ਚਲੇ ਗਿਆ, ਸਗੋਂ ਉਹ ਬੱਚੇ ਨੂੰ ਇਹ ਕਹਿਣ ਕਿ ਤੈਨੂੰ ਇਹ ਚੀਜ਼ਾਂ ਅਜੇ ਨਹੀਂ ਵਰਤਣੀਆਂ ਚਾਹੀਦੀਆਂ, ਤੂੰ ਅਜੇ ਪੜ੍ਹਾਈ ਕਰਨ ਗਿਆ, ਤੇਰੇ ਕੋਲ ਥੋੜੇ ਪੈਸੇ ਹੈਗੇ ਆ, ਉਹਦੇ 'ਚ ਮੈਨੇਜ ਕਰ। ਉਹਨੂੰ ਮੇਰੇ ਕਹਿਣ ਦਾ ਭਾਵ ਦੂਰ ਤੋਂ ਹੀ ਹੁਣ ਕਮਿਊਨੀਕੇਸ਼ਨ ਸੰਚਾਰ ਸਾਧਨ ਹੈਗੇ ਆ, ਤੇ ਉਹ ਬੱਚੇ ਨੂੰ ਜਿਹੜਾ ਨਾ ਕੋਲ ਬੈਠ ਕੇ ਸਮਝਾਉਣਾ ਹੁੰਦਾ ਆ, ਉਹਨੂੰ ਕਮ ਸੇ ਕਮ ਵੀਕ ਦੀ ਉਹਦੀ ਕਾਉਂਸਲਿੰਗ ਇੱਕ ਵਾਰੀ ਜ਼ਰੂਰ ਕਰਨ ਇਹਨਾਂ ਚੀਜ਼ਾਂ ਬਾਰੇ, ਕਿ ਤੁਸੀਂ ਬੜੇ ਸਟੈਪ ਧਿਆਨ ਨਾਲ ਚੁੱਕਣਾ ਖਰਚੇ ਵੱਲੋਂ। ਤੀਜਾ ਕੰਮ ਜਿਹੜਾ ਕਾਰਨ ਤੁਹਾਨੂੰ ਦੱਸਣ ਲੱਗਾ ਮੈਂ, ਇੱਥੋਂ ਦੀ ਜਿਹੜੀ ਕੈਨੇਡਾ ਗਵਰਨਮੈਂਟ ਹੈਗੀ ਆ, ਬੜੀ ਫ੍ਰੀਲੀ ਕੰਮ ਕਰ ਰਹੀ ਆ ਸਟੂਡੈਂਟਸ ਦੇ ਮਾਮਲੇ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲੇ ਤੇ। $26 ਬਿਲੀਅਨ ਸਾਲ ਦਾ ਕਮਾ ਰਹੀ ਹੈ ਕੈਨੇਡਾ ਗਵਰਨਮੈਂਟ, ਲੇਕਿਨ ਵਿਦਿਆਰਥੀਆਂ ਨੂੰ ਐਟਮੋਸਫੇਅਰ ਕੀ ਦੇ ਰਹੀ ਆ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ, ਉਹਨੂੰ ਉਹਦੇ ਵਾਸਤੇ ਜਿਹੜਾ ਢੁਕਵਾਂ ਮਾਹੌਲ ਦੇਣਾ ਉਹ ਕੈਨੇਡਾ ਸਰਕਾਰ ਦਾ ਫਰਜ਼ ਹੈਗਾ ਆ। ਸੋ ਜੇ ਇਸ ਸਿਸਟਮ ਦੇ ਲੂਜ਼ ਪੂਲ ਜਿਹੜੇ ਹੈਗੇ, ਜਿੱਥੇ ਐਕਸਪਲੋਇਟੇਸ਼ਨ ਹੋ ਰਹੀ ਆ, 20 ਘੰਟੇ ਕੰਮ ਤੋਂ ਉੱਤੇ ਕੈਸ਼ ਕਰਵਾ ਕੇ ਕੰਮ, ਗਵਰਨਮੈਂਟ ਨੂੰ ਚਾਹੀਦਾ ਹੈਗਾ ਕਿ ਉਹ ਜਿਹੜੇ ਓਵਰ ਹੈਗੇ ਆ ਕੁਛ ਨਾ ਕੁਛ ਇਸ ਲੈਵਲ ਤੇ ਸੈੱਟ ਕਰਨ, ਵਧਾਉਣ, ਤਾਂ ਜੋ ਉਹ ਆਪਣੇ ਖਰਚਿਆਂ ਨੂੰ ਮੀਟ ਕਰ ਸਕਣ। ਦੂਜੀ ਗੱਲ ਜੀ ਹੈਗੀ ਆ, ਹਾਂਜੀ, ਤੇ ਜਿਹੜੀ ਗੱਲ ਮੈਂ ਹੁਣ ਤੁਹਾਨੂੰ ਫਾਈਨਲ ਗੱਲ ਦੱਸਣ ਲੱਗਾ ਹੈਗਾ ਆ, ਜਿਹੜੇ ਸਾਡੇ ਪੰਜਾਬੀ ਰਿਪਰੈਜ਼ੈਂਟੇਟਿਵ ਹੈਗੇ ਆ, MPP ਹੈਗੇ ਆ ਜਾਂ MP ਹੈਗੇ ਆ, ਮੈਂਬਰ ਪਾਰਲੀਮੈਂਟ ਹੈਗੇ ਆ, ਜਿਹੜਾ ਸਾਡਾ ਇੱਥੋਂ ਦਾ ਭਾਈਚਾਰਾ ਹੈਗਾ, ਇਨਸਾਨੀਅਤ ਦੇ ਨਾਤੇ ਜਿਹੜੇ ਸਾਡਾ ਜਿੰਨਾ ਪੰਜਾਬੀ ਭਾਈਚਾਰਾ, ਉਹਨੂੰ ਇਸ ਗੱਲ ਹੀ ਕੋਸ਼ਿਸ਼ ਕਰਨੀ ਚਾਹੀਦੀ ਆ, ਉਹਨਾਂ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਗਵਰਨਮੈਂਟ ਦੇ ਪਾਲਿਸੀ ਜਿਹੜੀਆਂ ਆਪਾਂ ਰਿਵਿਊ ਕਰਨ, ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਦੇ ਫਾਈਨੈਂਸ਼ੀਅਲ ਚੰਗੀ ਤਰ੍ਹਾਂ ਚੈੱਕ ਕਰਨ। ਤੇ ਦੂਜੀ ਗੱਲ ਹੈਗੀ ਆ, ਜਿੰਨੀ ਐਕਸਪਲੋਇਟੇਸ਼ਨ ਹੈਗੀ ਜਿਹੜੇ ਬਿਜ਼ਨਸਮੈਨਾਂ ਵੱਲੋਂ ਕੀਤੀ ਜਾ ਰਹੀ ਆ, ਤੇ ਜਿਹੜਾ ਗਵਰਨਮੈਂਟ ਨੇ ਅੱਖਾਂ ਮੂੰਦੀਆਂ ਹੋਈਆਂ ਨੇ, ਉਹਦੇ ਉੱਤੇ ਕੰਮ ਕਰਕੇ ਵਿਦਿਆਰਥੀਆਂ ਨੂੰ ਇੱਕ ਸੁਰੱਖਿਅਤ ਮਾਹੌਲ, ਕਿ ਉਹਨਾਂ ਦਾ ਪੈਸਾ ਕਿਸੇ ਤਰ੍ਹਾਂ ਵੀ ਮਾਰਿਆ ਨਾ ਜਾਵੇ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਉਹ ਜੇ ਇੱਕ ਹੋਮ ਸ਼ੈਲਟਰ ਇਦਾਂ ਦੇ ਜ਼ਰੂਰ ਬਣਾਏ ਜਾਣ, ਜੇ ਕਿਸੇ ਵਿਦਿਆਰਥੀ ਕੋਲ ਬਾਈ ਚਾਂਸ ਕੋਈ ਰਿਹਾਇਸ਼ ਨਹੀਂ ਹੈਗੀ ਜਾਂ ਖਾਣ ਪੀਣ ਦਾ ਪ੍ਰਬੰਧ ਨਹੀਂ ਹੈਗਾ, ਐਟਲੀਸਟ ਉੱਥੇ ਉਹ ਜਾ ਸਕੇ, ਕਿਉਂਕਿ ਇੰਨਾ ਵੱਡਾ ਬਿਜ਼ਨਸ ਜਿਹੜਾ ਕਰ ਰਹੀ ਹੈ ਕੈਨੇਡਾ ਗਵਰਨਮੈਂਟ, ਤੇ ਫਿਰ ਵਿਦਿਆਰਥੀਆਂ ਨੂੰ ਸਹੂਲਤਾਂ ਕਿਹਨੇ ਦੇਣੀਆਂ ਹੈਗੀਆਂ, ਉਹਨਾਂ ਦਾ ਬਣਦਾ ਜਿਹੜਾ ਮਾਹੌਲ ਆ ਕਿਹਨੇ ਦੇਣਾ ਹੈਗਾ, ਗਵਰਨਮੈਂਟ ਨੇ ਦੇਣਾ ਹੈਗਾ। ਸੋ ਇਹ ਹੱਲ ਹੈਗੇ ਆ। ਸਾਡਾ ਇੱਥੇ ਪੰਜਾਬੀ ਭਾਈਚਾਰਾ, ਉਹਦੀ ਥੋੜੀ ਸਪੋਰਟ ਚਾਹੀਦੀ ਹੈਗੀ ਉਹਨਾਂ ਨੂੰ ਮੈਂਟਲੀ ਜੀ। ਇਸ ਤੋਂ ਇਲਾਵਾ ਕੈਨੇਡਾ ਗਵਰਨਮੈਂਟ ਨੂੰ ਆਪਣੀਆਂ ਪਾਲਿਸੀਆਂ ਦੁਬਾਰਾ ਡਰਾਫਟ ਕਰਨ ਦੀ ਲੋੜ ਆ, ਪ੍ਰੈਸ਼ਰ ਦਬਾਅ ਪਾਉਣ ਦੀ ਲੋੜ ਆ ਕੈਨੇਡਾ ਗਵਰਨਮੈਂਟ ਦੇ ਉੱਪਰ। ਇੱਥੋਂ ਜਿਹੜੇ ਪੇਰੈਂਟਸ ਹੈਗੇ ਆ, ਉਹਨਾਂ ਨੂੰ ਸੋਚਣ ਦੀ ਲੋੜ ਆ, ਤੇ ਦੂਜਾ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਪੰਜਾਬ, ਇਹਨਾਂ ਨੂੰ ਵੀ ਪੈਰਵਾਈ ਕਰਨ ਦੀ ਲੋੜ ਹੈਗੀ ਆ, ਕਿ ਬੱਚਿਆਂ ਨੂੰ ਐਟਲੀਸਟ ਜਿਹੜਾ ਇੱਥੋਂ ਦਾ ਪ੍ਰਵਾਸ ਜਿਹੜਾ ਅਨਨੈਸੈਸਰੀ ਹੈਗਾ, ਜਿੰਨੇ ਲਾਈਕ ਹੁਣ ਜਿਹੜਾ ਬਹੁਤ ਵੱਡਾ ਇੱਕ ਰੁਝਾਨ ਪੈਦਾ ਹੋ ਗਿਆ, ਉਹਨੂੰ ਠੱਲ ਕਿੱਦਾਂ ਪਾਉਣੀ ਆ, ਉਹਦੇ ਰੁਜ਼ਗਾਰ ਦੇ ਮੌਕੇ ਜਿਹੜੇ ਪੈਦਾ ਕਰਨੇ ਪੈਣਗੇ। ਜੀ ਪੰਜਾਬ ਦੇ ਇੱਕ ਬਹੁਤ ਵੱਡੇ ਅਹਿਮ ਮਸਲੇ ਦੇ ਉੱਪਰ ਗੱਲਬਾਤ ਕੀਤੀ ਹੈ, ਕਿਉਂਕਿ ਪੰਜਾਬ ਦੀ ਸਰਜ਼ਮੀਨ ਨੂੰ ਛੱਡ ਕੇ ਕੈਨੇਡਾ ਵਰਗੇ ਵਿਕਸਿਤ ਦੇਸ਼ ਵਿੱਚ ਜਾ ਕੇ ਫਿਰ ਵੀ ਉਹਨਾਂ ਰਾਹਾਂ ਦੇ ਉੱਪਰ ਚੱਲਣਾ, ਜਿਹਦੇ ਰਾਹਾਂ ਦੇ ਉੱਪਰ ਪੰਜਾਬ ਦੇ ਜਿਹੜੇ ਕਰਜ਼ੇ ਦੇ ਹੇਠ ਦਬਾਏ ਕਿਸਾਨ ਚੱਲਦੇ ਆ ਰਹੇ ਨੇ, ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਨੇ। ਪਰ ਇਸ ਤਰ੍ਹਾਂ ਦੇ ਇੱਕ ਵੱਡੇ ਦੇਸ਼ ਵਿੱਚ ਜਾ ਕੇ ਖੁਦਕੁਸ਼ੀਆਂ ਦੇ ਰਸਤੇ ਉੱਪਰ ਚੱਲਣਾ ਕਿਤੇ ਨਾ ਕਿਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਵਾਸਤੇ ਬਹੁਤ ਮੰਦਭਾਗਾ ਹੈ। ਉਮੀਦ ਕਰਦਾ ਕਿ ਜਿੰਨੇ ਵੀ ਪੰਜਾਬ ਦੀ ਸਰਜ਼ਮੀਨ ਦੇ ਨਾਲ ਮੁਹੱਬਤ ਕਰਨ ਵਾਲੇ ਵਿਦੇਸ਼ਾਂ ਦੇ ਵਿੱਚ ਬੈਠੇ ਵਿਦੇਸ਼ੀ ਵੀਰ ਨੇ, ਤਾਂ ਇਸ ਇੱਕ ਮੁੱਖ ਮਸਲੇ ਦਾ ਹੱਲ ਲੱਭ ਕੇ ਜਿਹੜੇ ਵਿਦਿਆਰਥੀ ਲਗਾਤਾਰ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ, ਉਹਨਾਂ ਦਾ ਵਾਸਤੇ ਜਿਹੜਾ ਕੋਈ ਨਾ ਕੋਈ ਇੱਕ ਸੁਚੱਜਾ ਪ੍ਰਬੰਧ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਮਸਲਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।